कल मेरे एक सज्जन आए ਜਿਹੜੇ ਬਾਦਲ ਸਰਕਾਰ 'ਚ ਪੋਲੀਟੀਕਲ ਐਡਵਾਈਜ਼ਰ ਸੀਗੇ, ਸਵੇਰੇ ਮਿਲਣ ਆਏ, ਕਹਿੰਦੇ ਇੱਕ ਦਿਨ ਮੀਟਿੰਗ ਹੋ ਰਹੀ ਸੀ, ਜਿਹੜੇ ਚੀਫ ਸੈਕਟਰੀ ਹੈ ਉਹ ਬੋਲਣ ਦੀ ਕੋਸ਼ਿਸ਼ ਕਰ ਰਹੇ, ਡਿਪਟੀ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਫਿਰ ਇਹ ਕਹਿੰਦਾ ਮੈਂ ਵਿੱਚ ਪੈ ਕੇ ਕਿਹਾ ਜੀ ਗੱਲ ਤਾਂ ਸੁਣ ਲਓ। ਅੱਛਾ, ਜਦ ਉਹ ਬੋਲੇ ਉਹਨਾਂ ਨੇ ਕਿਹਾ ਜੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਇਹ ਕਾਨੂੰਨ ਦੇ ਵਰਖਿਲਾਫ ਹੈ। ਹੁਣ ਦੇਖੋ ਪ੍ਰਸ਼ਾਂਤ ਕਿਸ਼ੋਰ ਦੀ ਕੱਲ ਮੀਟਿੰਗ ਹੋਈ ਹੈ ਕੈਪਟਨ ਸਾਹਿਬ ਨਾਲ, ਉਹ ਐਡਵਾਈਜ਼ਰ ਹੈ ਸੀਐਮ ਸਾਹਿਬ ਦਾ। ਮੈਂ ਇੱਕ ਮੋਟਾ ਸਵਾਲ ਪੁੱਛਦਾ, ਉਹਦੀ ਜਿਹੜੀ ਸੈਲਰੀ ਹੈ, ਉਹਨੂੰ ਜਿਹੜੀ ਤਨਖਾਹ ਦਿੱਤੀ ਜਾ ਰਹੀ ਹੈ ਸੀਐਮ ਸਾਹਿਬ ਦੀ ਪਰਸਨਲ ਅਕਾਊਂਟ 'ਚੋਂ ਜਾ ਰਹੀ ਹੈ, ਕਾਂਗਰਸ ਦੇ ਅਕਾਊਂਟ 'ਚੋਂ ਜਾ ਰਹੀ ਹੈ ਜਾਂ ਪੰਜਾਬ ਦੇ ਅਕਾਊਂਟ 'ਚੋਂ ਜਾ ਰਹੀ ਹੈ? ਪੰਜਾਬ ਕਿਉਂ ਪੈਸੇ ਦੇਵੇ? ਹੁਣ ਕੱਲ ਕੈਪਟਨ ਸਾਹਿਬ ਗਏ ਨੇ ਦਿੱਲੀ, ਕੈਪਟਨ ਸਾਹਿਬ ਨੇ ਉਹਨਾਂ ਨੂੰ ਜਾ ਕੇ ਸੁਣਿਆ, ਬਹੁਤ ਥੈਲੇ ਫਾਈਲਾਂ ਦੇ ਲੈ ਕੇ ਗਏ ਨਾਲ ਕਿ ਇਹ ਜਿਹੜੇ ਬੰਦੇ ਮੇਰੇ ਅਗੇਂਸਟ ਕੰਪਲੇਂਟ ਕਰ ਰਹੇ ਇਹਨਾਂ ਦੀਆਂ ਸ਼ਿਕਾਇਤਾਂ। ਸਵਾਲ ਇਹ ਉੱਠਦਾ ਹੈ ਜੇ ਤੁਹਾਨੂੰ ਪਤਾ ਹੈ ਤੁਹਾਡੇ ਬੰਦੇ ਇਹ ਕਰ ਰਹੇ ਨੇ, ਫਿਰ ਤੁਸੀਂ ਸਿਰਫ ਫਾਈਲ ਹੀ ਬਣਾ ਕੇ ਰੱਖੀ, ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸਰਦਾਰ ਕੇਸੀ ਸਿੰਘ, ਸਾਬਕਾ ਅੰਬੈਸਡਰ, ਸਾਬਕਾ ਸਫੀਰ। ਸਰਦਾਰ ਕੇਸੀ ਸਿੰਘ ਸਿਆਸੀ ਮਾਮਲਿਆਂ ਤੇ ਤਗੜੀ ਪਕੜ ਰੱਖਦੇ ਆ। ਸਰਦਾਰ ਸਾਹਿਬ ਜੀ ਆਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਅੱਜ ਕੱਲ ਚੰਡੀਗੜ੍ਹ ਦੇ ਵਿੱਚ ਨੇ ਸਿਆਸੀ ਸਭਾ 'ਚ ਸਰਗਰਮੀ ਰੱਖੀ ਹੋਈ ਇਹਨਾਂ ਨੇ। ਸਰਦਾਰ ਸਾਹਿਬ, ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੇ ਬਣਾਉਂਦੇ ਬੰਜਰ ਬਣਾ ਦਿੱਤਾ। ਤੁਸੀਂ ਕੀ ਸਰਗਰਮੀ ਕਰ ਰਹੇ ਹੋ? ਸਿਆਸੀ ਸਭਾ 'ਚ ਘੁਸਰ ਮੁਸਰ ਹੋਣ ਲੱਗੀ ਕਿ ਸਾਬਕਾ ਅਫਸਰਸ਼ਾਹ ਇਕੱਠੇ ਹੋਣ ਲੱਗੇ, ਲੋਕ ਮੀਟਿੰਗਸ ਕਰ ਰਹੇ ਆ ਔਰ ਨਵੀਂ ਤਰ੍ਹਾਂ ਦੀ ਇੱਕ ਸਿਆਸਤ ਦਾ ਆਗਮਨ ਸੋਚਿਆ ਜਾ ਰਿਹਾ। ਦੇਖੋ, ਤੁਹਾਡੇ ਰਸਤੇ ਉਹ ਟੇਪ ਜਿਹੜੇ ਤੁਸੀਂ ਬਣਾਏ ਨੇ ਮੇਰੀ ਗੱਲਬਾਤ ਦੇ, ਉਹ ਇੰਨੇ ਫੈਲ ਗਏ ਨੇ ਕਿ ਲੋਕਾਂ ਦੇ ਜਾਣੇ ਨਾ ਜਾਣੇ ਬੰਦਿਆਂ ਦੇ ਬੜੇ ਟੈਲੀਫੋਨ ਆਣੇ ਸ਼ੁਰੂ ਹੋ ਗਏ। ਕੱਲ ਰਾਤ ਹੀ ਹਿਊਸਟਨ, ਕੱਲ ਸਾਰਾ ਦਿਨ ਇਸੇ 'ਚ ਲੱਗੇ ਰਿਹਾ, ਬੜੇ ਸੱਜਣ ਆ ਕੇ ਮਿਲੇ ਔਰ ਰਾਤ ਤਾਈਂ ਟੈਲੀਫੋਨ ਤੇ ਗੱਲਬਾਤ ਹਿਊਸਟਨ ਤੋਂ ਆਇਆ, ਹੋਰ ਜਗ੍ਹਾ ਤੋਂ ਆਇਆ। ਦੇਖੋ, ਮੇਰੀ ਸਮਝ ਇਹ ਆ ਰਿਹਾ ਕਿ ਇਸ ਵੇਲੇ ਕਾਫੀ ਗਰੁੱਪਸ ਬਣ ਰਹੇ ਨੇ, ਸੰਗਠਨ ਬਣ ਰਹੇ ਨੇ, ਜਿਹਦੇ 'ਚ ਲੋਕ ਇਹ ਚਾਹ ਰਹੇ ਆ ਕਿ ਅਸੀਂ 10-20 ਬੰਦੇ ਇਕੱਠੇ ਹੋ ਕੇ, ਜਿਹਦੇ 'ਚ ਕਿ ਵੱਖ-ਵੱਖ ਮਜ਼ਬੂਨਾਂ ਤੇ ਉਹ ਐਕਸਪਰਟ ਹੋਣ। ਇੱਕ ਪੁਲਿਸ ਦਾ ਹੋਵੇ, ਇੱਕ ਦੋ IAS ਦੇ ਹੋਣ, ਕੁਝ ਵਾਈਸ ਚਾਂਸਲਰ ਹੋਣ, ਕੁਝ ਐਗਰੀਕਲਚਰ ਦੇ ਹੋਣ, ਉਹਨਾਂ ਨੂੰ ਇਕੱਠੇ ਬੈਠ ਕੇ ਅਸੀਂ ਕੋਈ ਸਲਾਹ ਕਰਕੇ ਮੁੱਦੇ ਕੱਢੀਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁਝ ਉਹਨਾਂ 'ਚੋਂ ਐਸੀ ਵੀ ਨੇ ਜਿਨ੍ਹਾਂ ਨੇ ਇੱਕਦਮ ਕਹਿ ਦਿੱਤਾ ਅਸੀਂ ਪਾਰਟੀ ਬਣਾ ਰਹੇ ਹਾਂ। ਮੈਨੂੰ ਵੀ ਕਿਹਾ ਜੀ ਤੁਸੀਂ ਆਓ, ਸਾਡੇ ਨਾਲ ਆਓ। ਮੈਂ ਉਹਨਾਂ ਨੂੰ ਕਿਹਾ ਦੇਖੋ, ਮੇਰਾ ਵਿਚਾਰ ਇਹ ਹੈ ਕਿ ਇਹ ਪਾਰਟੀ ਬਣਾਉਣ ਦਾ ਟਾਈਮ ਨਹੀਂ ਹੈ, ਨਾ ਇਹ ਸੈਮੀਨਾਰ ਕਰਨ ਦਾ ਟਾਈਮ ਹੈ, ਕਿਉਂਕਿ ਸੈਮੀਨਾਰ ਹੁੰਦੇ 2-4 ਸਾਲ ਪਹਿਲਾਂ, ਹੁਣ ਬਚੇ ਨੇ 6 ਮਹੀਨੇ। 6 ਮਹੀਨਿਆਂ 'ਚ ਇਹ ਹੈ ਕਿ ਜਾਂ ਤਾਂ ਤੁਹਾਡੇ ਕੋਲ ਤਜਰਬਾ ਹੈ, ਉਹ ਤਜਰਬਾ ਕੋਈ ਵੀ ਬੰਦਾ ਐਕਸਪਰਟ ਨਹੀਂ ਹੁੰਦਾ ਸਾਰੇ ਮਜ਼ਮੂਨਾਂ 'ਚ, ਭਾਵੇਂ ਉਹ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਏ ਜਾਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ। ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੱਡਾ ਸੁਪਨਾ ਕੀ ਹੈ, ਜਿਹੜੀ ਵੱਡੀ ਪਿਕਚਰ ਹੈ ਉਹ ਕੀ ਹੈ, ਉਹਦੇ ਵਿੱਚ ਕਿੱਥੋਂ ਫੇਰ ਜਦ ਉਹਦੇ ਕੋਲ ਜੇ ਤਾਕਤ ਆ ਜਾਂਦੀ ਹੈ, ਕਿਹੜੇ ਬੰਦਿਆਂ ਤੋਂ ਫੇਰ ਪੁੱਛ ਕੇ ਜਿਹੜੇ ਤੁਹਾਡੇ ਆਈਡੀਆਜ਼ ਹੈ, ਜਿਹੜੇ ਤੁਸੀਂ ਸੁਪਨਾ ਲਿਆ, ਉਹਨੂੰ ਹਕੀਕਤ ਦੇ ਵਿੱਚ ਕਿਵੇਂ ਬਣਾਉਣਾ ਹੈ, ਉਹ ਚੀਜ਼ ਆਉਂਦੀ ਹੈ ਬਾਅਦ 'ਚ। ਜੇ ਪਹਿਲਾਂ ਹੀ ਅਸੀਂ ਸੈਮੀਨਾਰ ਕਰੀ ਜਾਵਾਂਗੇ 10 ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, 20 ਤਰ੍ਹਾਂ 'ਚ। ਮੇਰੀ ਜਿਹੜੀ ਸੋਚ ਹੈਗੀ ਹੈ ਕਿ ਤੁਹਾਡੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਮੈਂ ਸੋਚਿਆ ਦਫ਼ਤਰ ਖੋਲ ਕੇ ਸੋਸ਼ਲ ਮੀਡੀਆ 'ਚ ਐਕਟਿਵ ਹੋ ਜਾਈਏ। ਟਵਿੱਟਰ ਤੇ ਤਾਂ ਮੇਰੀ ਖਾਸੀ ਫੋਲੋਇੰਗ ਹੈ, ਫੇਸਬੁੱਕ ਤੇ ਮੈਂ ਨਹੀਂ ਜ਼ਿਆਦਾ ਉਹਨੂੰ ਵਰਤਿਆ। ਜਦ ਦੀ ਇਹ ਸ਼ਿਕਾਇਤ ਆਈ ਸੀ ਕਿ ਉਹ ਡੇਟਾ ਲੈ ਕੇ ਤੁਹਾਡਾ ਪਤਾ ਨਹੀਂ ਕਿੱਥੇ ਦੇ ਕਿੱਥੇ ਯੂਜ਼ ਕਰ ਰਹੇ ਨੇ, ਇਸਤੇਮਾਲ ਕਰ ਰਹੇ ਨੇ, ਤਾਂ ਮੈਂ ਉਹਨੂੰ ਤਕਰੀਬਨ ਠੱਪ ਰੱਖਿਆ ਹੋਇਆ, ਜੋ ਅਕਾਊਂਟ ਖੋਲਿਆ ਹੋਇਆ ਸੀਗਾ। तो इस करके लोगों नाल गलबात करिए। देखो, ये जिहड़ी इलेक्शन आ रही है, ये फर्क इलेक्शन होएगी। एक तो यह महामारी है, ये बीमारी हले सानू नहीं पता तीजी लहर ना आ जाए, और जब तक इलेक्शन होनी है हो सकता है तीजी लहर चलती रहे। वड्डियां वड्डियां रैलीज ना करनियां चाहिए और ना ही होणगियां। मैनू लगता तुसीं बंदियां नूं इकट्ठे करके दोबारा बीमारी फैलाण दा कोई साधन नहीं बनाओगे। तो इस करके ये होणगियां गलबात लोगों नाल, छोटियां रैलीज, पिंडां च जाके थोड़े बंदियां नाल गल कीती, फिर अगे निकल गए, जल्दी नाल निकल गए। तो वो इस करके इस वेले मौका ये है कि लोगों दे नाल गलबात शुरू करो। थोड़ा की सपना है, थोड़ा की तजर्बा है, की अनुभव है, वो उन्हां दे नाल वंडो, उन्हां को जी दसो। तुसीं सलाह बनानी है पंजाब ने कित्थे जाना है, पंजाब च किहदी रहनमाई होनी चाहिए है। तुसीं सारे सारियां दी गल सुनो, ਜਿਹੜੀਆਂ ਗੱਲਾਂ ਤੁਹਾਨੂੰ ਜਿਹਦੀਆਂ ਚੰਗੀਆਂ ਲੱਗਦੀਆਂ ਤੁਸੀਂ ਉਹਦੇ ਚ ਹੰਗਾਰਾ ਭਰੋ, ਜਿਹਦੀ ਨਹੀਂ ਚੰਗੀ ਲੱਗਦੀ ਬੋਲੋ ਕਿ ਨਹੀਂ ਬਈ ਇਹ ਸਾਨੂੰ ਪਸੰਦ ਨਹੀਂ। ਜਿਵੇਂ ਹੁਣ ਮੈਨੂੰ ਤੁਹਾਨੂੰ ਇੱਕ ਗੱਲ ਦੱਸ, ਜਿਵੇਂ ਹੁਣ IAS ਅਫਸਰ
ਸਾਡੇ ਜੂਨੀਅਰ ਜੀ। ਆਈਐਸ ਅਫਸਰ ਕਈ ਮੇਰੇ ਤੋਂ ਸੀਨੀਅਰ ਵੀ ਹੋਣੇ ਹੈ, ਪੰਜਾਬ 'ਚ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ, ਕਈਆਂ ਨੇ ਹੋਰ ਜਗ੍ਹਾ ਕੰਮ ਕੀਤਾ। ਸਵਾਲ ਉਹਨਾਂ ਨੂੰ ਇਹ ਆਉਂਦਾ ਹੈ, ਜੇ ਪੰਜਾਬ ਦੀ ਅੱਜ ਇਹ ਹਾਲਤ ਹੈ, ਜੇ 25-30 ਸਾਲ ਇਹ ਦੋ ਪਰਿਵਾਰਾਂ ਨੇ, ਬਾਦਲ ਪਰਿਵਾਰ ਤੇ ਕੈਪਟਨ ਸਾਹਿਬ ਦੇ ਪਰਿਵਾਰ ਨੇ ਰਾਜ ਕੀਤਾ ਹੈ, ਤਾਂ ਇਹ ਅਫਸਰ ਉਹਦੇ 'ਚ ਸ਼ਰੀਕ ਸੀਗੇ, ਇਹ ਐਡਵਾਈਜ਼ਰ ਸੀਗੇ, ਇਹ ਪੋਸਟਾਂ ਤੇ ਸੀਗੇ। ਕਦੇ ਇਹਨਾਂ ਨੇ ਕਿਸੇ ਚੀਫ ਮਿਨਿਸਟਰ ਨਾਲ ਕਿਸੇ ਮੁੱਦੇ ਤੇ ਕਦੇ ਦਖਲਅੰਦਾਜ਼ੀ ਕੀਤੀ, ਕਿਹਾ ਜੀ ਇਹ ਆਪਾਂ ਗਲਤ ਕਰ ਰਹੇ ਹਾਂ, ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਸਾਨੂੰ ਆਹ ਕਰਨਾ ਚਾਹੀਦਾ। ਹਾਂ, ਇਹ ਦੂਜੀ ਗੱਲ ਹੈ ਕਿ ਕਿਉਂਕਿ ਵੰਡੀ ਹੋਈ ਹੈ, ਬਿਊਰੋਕ੍ਰੇਸੀ ਦੇ ਵੀ ਦੋ ਹਿੱਸੇ ਹੋਏ ਹੈ, ਕੁਝ ਗਿਣਦੇ ਆ ਜੀ ਬਾਦਲਾਂ ਦੇ ਨੇੜੇ ਹੈ, ਕੁਝ ਕਹਿੰਦੇ ਕੈਪਟਨ ਸਾਹਿਬ ਦੇ ਨੇੜੇ। ਜਦ ਇੱਕ ਆ ਜਾਂਦਾ ਦੂਜਿਆਂ ਨੂੰ ਕੱਢ ਦਿੰਦਾ ਹੈ। ਉਹ ਕੱਢੇ ਇਹ ਤੁਹਾਨੂੰ ਬਦਲਿਆ ਇਸ ਕਰਕੇ ਨਹੀਂ ਕਿਉਂਕਿ ਤੁਹਾਡੀ ਸੋਚ ਦੇ ਨਾਲ ਕੋਈ ਉਹਨਾਂ ਦੀ ਫਰਕ ਸੀਗਾ, ਉਹ ਕੱਢਿਆ ਇਸ ਕਰਕੇ ਬਾਦਲ ਸਾਹਿਬ ਦੇ ਨੇੜੇ ਹੈ, ਇਹ ਕੈਪਟਨ ਸਾਹਿਬ ਦੇ ਨੇੜੇ ਹੈ। ਇਹ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਇੱਕ ਤਰ੍ਹਾਂ ਨਾਲ ਵੰਡ ਦਿੱਤਾ। ਤਾਂ ਹੀ ਮੈਂ ਤੋਂ ਇੱਕ ਪਹਿਲੇ ਪ੍ਰੋਗਰਾਮ 'ਚ ਕਹਿੰਦਾ ਸੀ ਕਿ ਕਿਸਮਤ ਦੇ ਨਾਲ ਮੈਂ ਪੰਜਾਬ 'ਚ ਨਹੀਂ ਆਇਆ ਆਈਏਐਸ 'ਚ, ਜਿਹੜਾ ਕਿ ਜੇ ਮੈਂ ਆਪਟ ਕੀਤਾ ਹੁੰਦਾ ਕਿਉਂਕਿ ਮੇਰੇ ਰੈਂਕ ਉੱਪਰ ਸੀਗਾ, ਮੈਨੂੰ ਪੰਜਾਬ ਮਿਲ ਜਾਣਾ ਸੀ। ਸੋ ਇਸ ਕਰਕੇ ਹੁਣ ਮੈਂ ਸ਼ੁਕਰ ਕਰਦਾ ਕਿਸਮਤ ਦਾ ਕਿ ਮੈਂ ਇੱਥੇ ਨਹੀਂ ਰਿਹਾ, ਮੈਂ ਦੁਨੀਆ ਭਰ 'ਚ ਘੁੰਮ ਲਿਆ, ਤਜਰਬਾ ਬਹੁਤ ਹੋ ਗਿਆ, ਗਲਫ 'ਚ ਹੋ ਗਿਆ, ਮੁਸਲਮਾਨਾਂ ਦੇਸ਼ਾਂ 'ਚ ਹੋ ਗਿਆ, ਅਮਰੀਕਾ 'ਚ ਹੋ ਗਿਆ, ਦੁਨੀਆ ਭਰ ਦੇ ਬੰਦੇ ਮਿਲੇ। ਤਾਂ ਇਸ ਕਰਕੇ ਪੰਜਾਬ ਇਸ ਵੇਲੇ ਪੰਜਾਬ ਦੇ ਜਿਹੜੇ ਮੁੱਦੇ ਨੇ ਕੀ ਨੇ ਮੋٹے ਮੁੱਦੇ, ਪਹਿਲਾ ਤਾਂ ਹੈਗਾ ਹੈ ਕਿ ਇਹ ਜਿਹੜੀ ਹਰੀ ਕ੍ਰਾਂਤੀ, ਜਿਹੜੀ ਗ੍ਰੀਨ ਰੈਵੋਲੂਸ਼ਨ ਹੈ। ਦੇਖੋ ਗ੍ਰੀਨ ਰੈਵੋਲੂਸ਼ਨ ਕੀ ਸੀਗੀ, ਉਹਦਾ ਸਾਨੂੰ ਫਾਇਦਾ ਵੀ ਆਇਆ। ਇੱਕ ਤਾਂ ਹਾਈ ਯੀਲਡ ਸੀਡਸ ਜਿਹੜੀਆਂ ਸੀਗੀਆਂ ਉਹ ਬਾਹਰੋਂ ਆਈਆਂ, ਬੀਜ ਜਿਹੜੇ ਹੈਗੇ ਹਾਈ ਯੀਲਡ ਹੈ, ਲੇਕਿਨ ਉਹਦੇ ਨਾਲ ਬਿਮਾਰੀ ਦੋ ਜਿਹੜੀ ਜੁੜੀ, ਜਿਹਦੇ ਨਾਲ ਅਮਰੀਕਾ ਦੀ ਤੇ ਵੈਸਟ ਦੀ ਉਹਨਾਂ ਦੀ ਇੰਡਸਟਰੀ ਨੂੰ ਫਾਇਦਾ ਪਹੁੰਚਿਆ ਕਿ ਇਹ ਇੱਕ ਤਾਂ ਪੈਸਟੀਸਾਈਡ ਯੂਜ਼ ਕਰਨ, ਇੱਕ ਇਹ ਫਰਟੀਲਾਈਜ਼ਰ ਯੂਜ਼ ਕਰਨ। ਉਹ ਫਰਟੀਲਾਈਜ਼ਰ ਗਾਂ ਦਾ ਤਾਂ ਉਹ ਯੂਜ਼ ਨਹੀਂ ਕਰਦੇ ਜਾਂ ਮੱਝਾਂ ਦਾ ਨਹੀਂ ਯੂਜ਼ ਕਰਦੇ, ਉਹ ਤਾਂ ਬਾਹਰੋਂ ਬਣ ਕੇ ਆਉਂਦਾ। ਤਾਂ ਇਸ ਕਰਕੇ ਹਲੇ ਤਾਂ ਹੀ ਸਾਡਾ ਦੇਸ਼ ਉਸ ਫਰਟੀਲਾਈਜ਼ ਤੇ ਡਿਪੈਂਡ ਕਰ ਰਿਹਾ। ਹੁਣ ਇਸ ਕਰਕੇ ਸਰਕਾਰ ਜਿਹੜੀ ਦਿੱਲੀ 'ਚ, ਭਾਵੇਂ ਮੋਦੀ ਸਾਹਿਬ ਨੇ ਗਲਤੀ, ਜਿਸ ਤਰੀਕੇ ਨਾਲ ਇਹਨਾਂ ਨੇ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਹ ਤਰੀਕਾ ਗਲਤ ਹੈ। ਤੁਸੀਂ ਧੱਕੇ ਨਾਲ ਨਹੀਂ ਕਰ ਸਕਦੇ। ਤੁਸੀਂ ਤਬਦੀਲੀ ਲਿਆਉਣਾ ਚਾਹੁੰਦੇ ਆ, ਹੋਰ ਕ੍ਰਾਂਤੀ ਪੰਜਾਬ 'ਚ ਲਿਆਉਣਾ ਚਾਹੁੰਦੇ ਆ, ਹਰਿਆਣੇ 'ਚ ਜਾਂ ਯੂਪੀ 'ਚ ਜਾਂ ਸਾਰੀ ਜਗ੍ਹਾ ਖੇਤੀਬਾੜੀ 'ਚ, ਉਹਦੇ 'ਚ ਇੱਕ ਤਰੀਕਾ ਹੋਣਾ ਚਾਹੀਦਾ ਹੈ ਵੀ ਭਾਈ ਆਪਾਂ ਪਹਿਲਾਂ ਇੰਨੇ ਏਕੜਾਂ 'ਚ ਅਸੀਂ ਤਬਦੀਲੀ ਲਿਆਵਾਂਗੇ, ਜਿਹੜੇ ਕਿਸਾਨਾਂ ਦਾ ਨੁਕਸਾਨ ਹੁੰਦਾ ਅਸੀਂ ਪੂਰਾ ਕਰਾਂਗੇ, ਤਦ ਤਾਂ ਹੀ ਅਸੀਂ ਬਾਕੀ ਜਿਹੜੇ ਉਹੀ गेहूं ਤੇ ਚੌਲ ਬਣਾ ਰਹੇ ਨੇ ਅਸੀਂ ਖਰੀਦਦੇ ਰਹਾਂਗੇ। ਲੇਕਿਨ ਹੌਲੀ ਹੌਲੀ ਤੁਹਾਨੂੰ ਉਧਰ ਲਿਜਾਵਾਂਗੇ, ਹੌਲੀ ਹੌਲੀ ਬਾਹਰਲੀਆਂ ਮਾਰਕੀਟਾਂ, ਇਹ ਸਾਰਾ ਹਿੰਦੁਸਤਾਨ 'ਚ ਵੀ ਇਸਤੇਮਾਲ ਹੋਏਗਾ। ਕਈ ਚੀਜ਼ਾਂ ਜਿਹੜੀਆਂ ਅਸੀਂ ਮਲੇਸ਼ੀਆ ਤੋਂ ਪਾਮ ਆਇਲ ਲਿਆਉਂਦੇ ਆ, ਅਸੀਂ ਤੇਲ ਇੱਥੇ ਖਾਣ ਵਾਲੇ ਜਿਹੜੇ ਤੇਲ ਆ ਇੱਥੇ ਕਿਉਂ ਨਹੀਂ ਬਣਾ ਸਕਦੇ? ਉਹ ਫਸਲਾਂ ਇੱਥੇ ਹੋ ਸਕਦੀਆਂ, ਚਲੋ ਪਾਮ ਆਇਲ ਨਹੀਂ ਹੋ ਸਕਦੇ, ਦੂਜੀਆਂ ਹੋ ਸਕਦੀਆਂ। ਸੋ ਇਸ ਕਰਕੇ ਇਹ ਤਬਦੀਲੀ ਕਿਸੇ ਨੇ ਸੋਚੀ ਨਹੀਂ। ਭਾਂਡੇ ਤੋੜ ਦੋ, ਆਂਡੇ ਤੁਸੀਂ ਤੋੜ ਦੋ, ਪਹਿਲਾਂ ਕਿੱਥੇ ਲਿਜਾਣਾ ਹੈ, ਕਿਵੇਂ ਲਿਜਾਣਾ ਹੈ, ਉਹ ਕਹਤਾ ਜੀ ਇੰਡਸਟਰੀਅਲਿਸਟ ਲੈ ਕੇ ਜਾਣਗੇ। ਇੰਡਸਟਰੀਅਲਿਸਟ ਕਿਸ ਲਈ ਲੈ ਕੇ ਜਾਣਗੇ? ਉਹ ਆਪਣਾ ਫਾਇਦਾ ਸੋਚਣਗੇ। ਨਹੀਂ ਦੇਖੋ, ਬਿਜ਼ਨਸ ਤਾਂ ਹਮੇਸ਼ਾ ਪ੍ਰੋਫਿਟ ਲਈ ਕੀਤਾ ਜਾਂਦਾ ਔਰ ਜਿਹੜਾ ਪ੍ਰਾਈਵੇਟ ਖਿਡਾਰੀ ਹੈ ਉਹ ਤਾਂ ਆਪਣਾ ਫਾਇਦਾ ਦੇਖੂਗਾ। ਮੈਨੂੰ ਸਰਦਾਰ ਸਾਹਿਬ ਇੱਕ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਸਮੇਂ ਦੇ ਨਾਲ ਬਦਲੇ ਕਿਉਂ ਨਹੀਂ। ਸਾਡੇ ਹੈਦਰਾਬਾਦ ਦੇ ਵਿੱਚ, ਉਸ ਤੋਂ ਪਹਿਲਾਂ ਬੰਗਲੌਰ ਦੇ ਵਿੱਚ ਆਈਟੀ ਹੱਬ ਬਣ ਗਈਆਂ ਔਰ ਦੁਨੀਆ ਭਰ ਦੇ ਵਿੱਚੋਂ ਜਿਹੜੇ ਮਹਾਰਤ ਰੱਖਣ ਵਾਲੇ ਲੋਕ ਹੈ, ਸਕਿੱਲ ਵਾਲੇ, ਉਹ ਆ ਕੇ ਉੱਥੇ ਕੰਮ ਕਰ ਰਹੇ ਆ। ਦੁਨੀਆ ਭਰ ਦੀ ਇਕਨੋਮੀ ਜਿਹੜੀ ਆ ਉਹ ਇਹਨਾਂ ਥਾਵਾਂ ਤੋਂ ਮੂਵ ਹੁੰਦੀ ਹੈ। ਮੈਨੂੰ ਅਜੇ ਤੱਕ ਨਹੀਂ ਸਮਝ ਆਈ ਕਿ ਮੁਹਾਲੀ ਔਰ ਚੰਡੀਗੜ੍ਹ ਦੋ ਸਾਡੇ ਕੋਲ ਵਧੀਆ ਜਗ੍ਹਾ ਸੀ ਜਿਨ੍ਹਾਂ ਦੇ ਵਿੱਚ ਅਸੀਂ ਇਹ ਸਭ ਕਰ ਸਕਦੇ ਸੀ। ਆ ਕਹਿੰਦੇ ਤਾਂ ਰਹੇ ਕਿ ਕੈਲੀਫੋਰਨੀਆ ਬਣਾ ਲਾਂਗੇ, ਪਰ ਜਿਹੜੀ ਕੈਲੀਫੋਰਨੀਆ 'ਚ ਸਿਲਿਕਨ ਵੈਲੀ ਜਾਂ ਬਾਕੀ ਗੱਲਾਂ ਨੇ, ਕਦੇ ਉਹਨਾਂ ਵੱਲ ਤੱਕ ਝਾਤੀ ਵੀ ਨਹੀਂ ਮਾਰੀ। ਮੈਨੂੰ ਲੱਗਦਾ ਦੂਰੋਂ ਵੀ ਨਹੀਂ ਲੰਘੇ। ਕੋਈ ਅਨੁਭਵ ਸੁਣਾਇਓ ਜ਼ਰਾ, ਕੀ ਅਸੀਂ ਇੱਥੇ ਕਰ ਸਕਦੇ ਸੀ? ਕਿਉਂ ਨਹੀਂ ਅਸੀਂ ਜਦੋਂ ਸਾਨੂੰ ਪਤਾ ਸੀ ਕਿ ਸਾਡੇ ਕੋਲ ਹੋਰ ਕੋਈ, ਅਸੀਂ ਸਾਰੇ ਲੈਂਡ ਲੌਕਡ ਹੈ, ਸਾਰੇ ਬੰਨਿਓਂ ਘਿਰੇ ਹੋਏ ਆ, ਘੱਟੋ ਘੱਟ ਅਸੀਂ ਦੁਨੀਆ ਦੀ ਜਿਹੜੀ ਬਦਲਦੀ ਦੁਨੀਆ ਦੀ ਉਹਦੇ ਤਾਂ ਨਾਲ ਤੁਰ ਸਕਦੇ ਸੀ। ਦੇਖੋ ਪੰਜਾਬ ਦਾ ਜਿਹੜਾ ਮਾਡਲ ਹੈ ਉਹ ਕੈਲੀਫੋਰਨੀਆ ਮਾਡਲ ਹੋਏਗਾ ਕਿ ਤੁਸੀਂ ਸਬਜ਼ੀਆਂ, ਫਲ ਤੇ ਦੂਜੀਆਂ ਚੀਜ਼ਾਂ ਉਗਾਓ, ਉਹਦੇ ਨਾਲ ਐਗਰੋ ਇੰਡਸਟਰੀ ਜੁੜੇ, ਪਰ ਉਹਦੇ ਨਾਲ ਜਿਹੜੀ ਇੰਡਸਟਰੀ ਹੈ ਉਹ ਹਾਈ ਟੈਕ ਹੋਏਗੀ। ਹੁਣ ਦੇਖੋ ਉੱਥੇ ਜੇ ਸਿਲਿਕਨ ਵੈਲੀ, ਜਿਹਦੇ ਚੋਂ ਕਿ ਐਪਲ ਵੀ ਨਿਕਲਿਆ, ਜਿਹਦੇ ਚੋਂ ਕੋਈ ਇਹੋ ਜਿਹੀ ਐਪਲੀਕੇਸ਼ਨ ਨਹੀਂ ਅੱਜ ਊਬਰ ਤੋਂ ਲਾ ਕੇ ਥੱਲੇ ਤਾਈਂ ਜਿਹੜੀ ਉੱਥੋਂ ਨਹੀਂ ਨਿਕਲੀ। ਉਹ ਕਿਵੇਂ ਨਿਕਲੀ? ਉੱਥੇ ਜੇ ਸਟੈਨਫੋਰਡ ਯੂਨੀਵਰਸਿਟੀ ਨਾ ਬਣਦੀ, ਔਰ ਸਟੈਨਫੋਰਡ ਯੂਨੀਵਰਸਿਟੀ ਬਣਾਉਣ ਦੇ ਪਿੱਛੇ ਇੱਕ ਬੜੀ ਅੱਛੀ, ਬੜੀ ਇੰਟਰਸਟਿੰਗ ਕਹਾਣੀ ਹੈ। ਇੱਕ ਬਿਲੀਅਨਰ ਸੀਗਾ ਕੈਲੀਫੋਰਨੀਆ ਦਾ, ਉਹਨੇ ਬੜੇ ਪੈਸੇ ਬਣਾਏ, ਲੋਕਲ ਸੈਨੇਟਰ ਵੀ ਸੀ। ਉਹਦਾ ਲੜਕਾ ਪੜ੍ਹਦਾ ਸੀ ਹਾਰਵਰਡ 'ਚ, ਉਹ ਬਿਮਾਰ ਹੋ ਕੇ ਮਰ ਗਿਆ, ਕੱਲਾ ਉਹਦਾ ਲੜਕਾ ਸੀ। ਉਹ ਤੇ ਉਹਦੀ ਵਾਈਫ, ਉਹਨਾਂ ਨੇ ਬੜੇ ਸਿੰਪਲ ਕੱਪੜੇ ਪਾਏ, ਪੈਸੇ ਬੜੇ ਸੀ, ਲੇਕਿਨ ਜਿਵੇਂ ਪੇਂਡੂ ਬੰਦੇ ਹੁੰਦੇ ਆ ਉਸ ਤਰੀਕੇ ਦੇ ਉਹ ਹਾਰਵਰਡ ਗਏ। ਪੂਰਾ ਦਿਨ ਦਫ਼ਤਰ 'ਚ ਉੱਥੇ ਬੈਠੇ ਰਹੇ ਡੀਨ ਕੋਲ। ਉਹ ਚਾਹੁੰਦੇ ਸੀ ਅਸੀਂ ਕਈ $1 ਮਿਲੀਅਨ ਦੇਣ ਨੂੰ ਤਿਆਰ ਹਾਂ,
ਸਾਡੇ ਮੁੰਡੇ ਦੇ ਨਾਂ ਇੱਕ ਤੁਸੀਂ ਬਿਲਡਿੰਗ ਬਣਾ ਕੇ ਇੱਕ ਡਿਪਾਰਟਮੈਂਟ ਖੋਲ ਦਿਓ। ਜੀ ਉਹ ਸ਼ਾਮ ਨੂੰ ਜਦ ਡੀਨ ਨੂੰ ਮਿਲੇ, ਡੀਨ ਕਹਿੰਦਾ ਦੇਖੋ ਇਹ ਹਾਰਵਰਡ ਹੈ, ਇਹ ਗ੍ਰੇਵਯਾਰਡ ਨਹੀਂ ਹੈਗਾ ਜਿੱਥੇ ਕਿ ਨਿਸ਼ਾਨ ਲਗਾਏ ਜਾਣ ਮਰੇ ਬੰਦਿਆਂ ਦੇ, ਟੂਮਸਟੋਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ। ਤਾਂ ਇਸ ਕਰਕੇ ਅਸੀਂ ਇੰਜ ਨਹੀਂ ਖੋਲ ਸਕਦੇ ਡਿਪਾਰਟਮੈਂਟ। ਉਹਨੇ ਵਾਪਸ ਜਾ ਕੇ ਕਈ ਹਜ਼ਾਰ ਏਕੜ ਕੈਲੀਫੋਰਨੀਆ ਚ ਖਰੀਦ ਕੇ ਸਟੈਨਫੋਰਡ ਯੂਨੀਵਰਸਿਟੀ ਚਲਾ ਦਿੱਤੀ। ਔਰ ਅੱਜ ਇਹ ਸਟੈਨਫੋਰਡ ਨਾ ਹੁੰਦੀ, ਅੱਜ ਐਪਲ ਨਾ ਹੁੰਦਾ, ਅੱਜ ਉਬਰ, ਅੱਜ ਇਹ 10 ਚੀਜ਼ਾਂ, ਜਿਹੜਾ ਟੈਲੀਫੋਨ ਜਿਹਦੇ ਬਗੈਰ ਅੱਜ ਕੋਈ ਬੰਦਾ ਕੰਮ ਨਹੀਂ ਕਰ ਸਕਦਾ, ਇਹ ਨਹੀਂ ਸੀ ਹੋਣਾ। ਉਹਦੇ ਪਿੱਛੇ ਵੀ ਕਹਾਣੀ ਹੈ ਫੋਨ ਕਿਵੇਂ ਬਣਿਆ। ਸਟੀਵ ਜੌਬਸ ਜਿਹਨੇ ਐਪਲ ਕ੍ਰੀਏਟ ਕੀਤੀ, ਬਣਾਈ, ਉਹ ਉੱਥੇ ਲੈਬੋਰੇਟਰੀ ਸੀਗੀ ਜ਼ੀਰੋਕਸ ਵਾਲਿਆਂ ਦੀ। ਜ਼ੀਰੋਕਸ ਤੋਂ ਫੋਟੋਕਾਪੀਅਰ ਬਣਾਉਂਦੇ ਸੀ। ਉਹਨਾਂ ਦਾ ਜਿਹੜਾ ਹੈਡ ਆਫਿਸ ਸੀਗਾ ਉਹ ਸੀਗਾ ਨਿਊਯਾਰਕ ਦੇ ਨਾਲ ਕਨੈਟੀਕਟ ਚ। ਤੇ ਇਹ ਜਿਹੜੇ ਇੰਜੀਨੀਅਰ ਇੱਥੇ ਕੰਮ ਕਰ ਰਹੇ ਸੀ, ਉਹਨਾਂ ਨੇ ਉਸ ਦਫ਼ਤਰ ਨੂੰ ਕਿਹਾ ਕਿ ਇਹਦੇ ਨਾਲ ਇਹ ਤਾਂ ਵੱਧ ਸਕਦਾ, ਕੰਪਿਊਟਰ ਨੂੰ ਅਸੀਂ ਜੇ ਮਾਊਸ ਦੇ ਨਾਲ ਇਹਦੇ ਉੱਤੇ ਜੋ ਕੰਪਿਊਟਰ ਦੀ ਸਕਰੀਨ ਤੇ ਆ ਰਿਹਾ ਹੈ, ਜੇ ਅਸੀਂ ਉਹਨੂੰ ਪ੍ਰਿੰਟ ਕਰ ਸਕਦੇ ਹਾਂ, ਉਹਦੇ ਨਾਲ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ, ਸਾਨੂੰ ਕਾਗਜ਼ ਦੀ ਲੋੜ ਹੀ ਨਹੀਂ ਰਹਿਣੀ। ਜ਼ੀਰੋਕਸ ਦੇ ਹੈੱਡਕੁਆਟਰ ਨੇ ਕਿਹਾ ਤੁਸੀਂ ਸ਼ੁਦਾਈ ਹੋ ਗਏ, ਅਸੀਂ ਤਾਂ ਕੰਪਨੀ ਹੈਗੀ ਹੈ ਫੋਟੋ ਕਾਪੀਇੰਗ ਮਸ਼ੀਨ ਬਣਾਉਣੇ ਆ, ਇਹ ਤਾਂ ਸਾਰੀ ਉਮਰ ਕਾਗਜ਼ ਹੀ ਚੱਲਣਗੇ, ਫੋਟੋ ਕਾਪੀਅਰ ਚੱਲਣਗੇ। ਉਹਨਾਂ ਨੂੰ ਰੋਕਤਾ। ਉਹ ਸਟੀਵ ਜੌਬਸ ਇਹਨਾਂ ਦੇ ਦਫ਼ਤਰ 'ਚ ਕਿਤੇ ਦੇਖਣ ਆਇਆ ਤੇ ਉਹਨੇ ਦੇਖਿਆ ਕਿ ਇਹ ਤਾਂ ਬੜੇ ਫਰਸਟ੍ਰੇਟਡ ਨੇ ਇੰਜੀਨੀਅਰ, ਇਹਨਾਂ ਕੋਲ ਟੈਕਨੋਲੋਜੀਜ਼ ਹੈਗੀਆਂ, ਇਹਨਾਂ ਦੀ ਜਿਹੜੀ ਕੰਪਨੀ ਹੈ ਉਹ ਦੂਰ ਅੰਦੇਸ਼ ਨਹੀਂ ਹੈ, ਉਹ ਸੋਚ ਨਹੀਂ ਸਕਦੀ ਕਿ ਦੁਨੀਆ ਦੇ ਵਿੱਚ ਕਾਗਜ਼ ਬਗੈਰ ਵੀ ਦੁਨੀਆ ਹੋ ਜਾਏਗੀ ਜੇ ਸਾਰੀ ਚੀਜ਼ ਸਿਰਫ ਸਕਰੀਨ ਤੇ ਚੱਲੇਗੀ। ਉਹ ਉਹਨਾਂ ਨੂੰ ਲਿਜਾ ਕੇ, ਲੋਕ ਤਾਂ ਕਹਿੰਦੇ ਆ ਉਹ ਖਿੱਚ ਕੇ ਲੈ ਗਿਆ ਉੱਥੋਂ, ਲੇਕਿਨ ਉਹ ਆਲਰੇਡੀ ਫਰਸਟ੍ਰੇਟਡ ਸੀਗੇ। ਔਰ ਇਹ ਕਹਾਣੀ ਆਪਣਾ ਇੱਕ ਸਿੱਖ ਬਹੁਤ ਪ੍ਰੋਮਿਨੈਂਟ ਇਨਸਾਨ ਹੈਗਾ ਸਤਜੀਵ ਚਹਿਲ, ਜਿਹੜਾ ਉਸ ਟਾਈਮ ਜ਼ੀਰੋਕਸ ਸੀਗਾ, ਫਿਰ ਐਪਲ ਚ ਗਿਆ। ਉਹ ਸਾਰੇ ਉਹ ਬੰਦਿਆਂ ਨੂੰ ਜਾਣਦਾ ਜਿਹਦੇ ਨਾਲ ਐਪਲ ਕੰਪਨੀ ਸ਼ੁਰੂ ਹੋਈ। ਹੁਣ ਜੇ ਇਹਦੇ ਤੋਂ ਤੱਤ ਕੀ ਨਿਕਲਦਾ ਹੈ ਕਿ ਜੇ ਸਾਡੀ ਪੰਜਾਬੀ ਮਿੱਤਰ ਬਾਹਰ ਬੈਠੇ ਆ, ਪੜ੍ਹੇ ਲਿਖੇ ਇੰਜੀਨੀਅਰ, ਉਹਨਾਂ ਦੀ ਅਸੀਂ ਸਹਾਇਤਾ ਕਿਵੇਂ ਲੈ ਸਕਦੇ ਹਾਂ ਜੇ ਅਸੀਂ ਇੱਥੇ ਸਾਰਿਆਂ ਤੋਂ ਪਹਿਲਾਂ ਇੰਟੈਲੈਕਚੁਅਲ ਕੈਪੀਟਲ, ਦਿਮਾਗੀ ਸ਼ਕਤੀ ਕਿਵੇਂ ਇਕੱਠੀ ਕਰਨੀ ਹੈ ਪੰਜਾਬ ਦੇ ਵਿੱਚ, ਔਰ ਉਹਦੇ ਚੋਂ ਫਿਰ ਨਿਕਲ ਕੇ ਹਾਈ ਟੈਕਨੋਲੋਜੀ। ਦੇਖੋ ਇੱਥੇ 1980 ਤੋਂ ਪਹਿਲਾਂ ਦੀ ਇਹਨਾਂ ਨੇ ਇੱਥੇ ਕੰਪਨੀ ਬਣਾਈ ਹੋਈ ਸੀਗੀ ਚਿਪਸ ਦੀ। ਅੱਛਾ, ਉਹ ਹੌਲੀ ਹੌਲੀ ਜਿਹੜੀ ਕੰਪਿਊਟਰਸ ਲਈ ਜਿਹੜੇ ਚਿਪ ਜਾਂਦੇ ਨੇ, ਉਹ ਹੌਲੀ ਹੌਲੀ ਉਹ ਕੰਪਨੀ ਵੀ ਸੈਂਟਰ ਦੀ ਸੀ, ਫਿਰ ਬਸ ਹੌਲੀ ਹੌਲੀ ਉਹ ਪਿੱਛੇ ਰਹਿ ਗਈ। ਇਸ ਵੇਲੇ ਉਹ ਟੈਕਨੋਲੋਜੀ ਅਮਰੀਕਾ ਕੋਲ ਹੈ। ਚੀਨ ਨੂੰ ਵੀ ਤਕਲੀਫ ਹੋ ਰਹੀ ਹੈ ਕਿ 70-80% ਜਿਹੜੇ ਬਹੁਤ ਐਡਵਾਂਸ ਚਿਪਸ ਹੈ, ਜਿਹੜੇ ਟੈਲੀਫੋਨਾਂ ਇਹਦੇ ਚ ਜਾਂਦੇ ਆ, ਫੋਨ ਚ ਜਾਂਦੇ ਆ, ਕੰਪਿਊਟਰਾਂ ਚ ਜਾਂਦੇ ਆ, ਸਾਰੀ ਚੀਜ਼ ਜਾਂਦੇ ਆ, ਮਿਸਾਈਲ ਜਾਂਦੇ ਆ, ਉਹ ਅਮਰੀਕਾ ਤੋਂ ਬਣ ਕੇ ਆ ਰਹੇ ਨੇ ਚੀਨ ਦੇ ਵਿੱਚ। ਹੁਣ ਚੀਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਗਲੇ 5 ਸਾਲ ਜਿੰਨੇ ਮਰਜ਼ੀ ਪੈਸੇ ਖਰਚ ਕਰੋ, ਅਸੀਂ ਮੁਕਾਬਲਾ ਕਰਨਾ ਹੈ। ਅਸੀਂ ਪਿੱਛੇ ਕਿਉਂ ਹੈ? ਸਾਡੇ ਵੀ ਇੰਜੀਨੀਅਰ ਬਾਹਰ ਬੈਠੇ ਆ, ਅਸੀਂ ਰਸਤਾ ਉਹਨਾਂ ਦਾ ਖੋਲੋ। ਸੋ ਪੰਜਾਬ ਦਾ ਜਿਹੜਾ ਰਸਤਾ ਹੈ ਉਹ ਹੈ ਐਗਰੋ ਇੰਡਸਟਰੀ ਤੇ ਨਾਲ ਹਾਈ ਟੈਕਨੋਲੋਜੀ, ਨਾਲ ਬੱਚਿਆਂ ਨੂੰ ਪੜਾਓ, ਇੱਥੇ ਪੜਨ, ਫਿਰ ਉਹਨਾਂ ਨੂੰ ਬਾਹਰ ਦੀਆਂ ਵੀ ਨੌਕਰੀਆਂ ਮਿਲਣਗੀਆਂ, ਉੱਥੇ ਜਾਣ, ਲੇਕਿਨ ਲੇਬਰ ਕਰਨ ਨਾ ਜਾਣ। ਜੇ ਤੁਸੀਂ ਸਿਰਫ ਲੇਬਰ ਹੀ ਕਰਨ ਜਾਣਾ ਹੈ ਗਲਫ ਦੇ ਵਿੱਚ, ਫਿਰ ਤਾਂ ਤੁਹਾਡਾ ਮਾਡਲ ਫੇਲ ਹੈ। ਇਹ ਮੈਂ ਸਰਦਾਰ ਸਾਹਿਬ, ਮੁਸ਼ਕਲ ਇਹੀ ਹੈ ਕਿ ਸਪੋਜ਼ ਹੁਣ ਜਿਵੇਂ ਤੁਸੀਂ ਇੱਕ ਸ਼ੁਰੂਆਤ ਕੀਤੀ ਹੈ, ਤੁਸੀਂ ਇੱਕ ਮੀਟਿੰਗਸ ਦੇ ਸਿਲਸਿਲੇ ਵਿੱਚ ਬੈਠੇ ਹੋਏ ਹੋ, ਬਹੁਤ ਸਾਰੇ ਲੋਕ ਸਿਆਣੇ ਤੁਹਾਨੂੰ ਮਿਲ ਵੀ ਰਹੇ, ਹਰੇਕ ਤਰ੍ਹਾਂ ਦੇ ਲੋਕ ਆਈਡੀਆਜ਼ ਦੇ ਰਹੇ ਆ, ਲੇਕਿਨ ਕੁੱਲ ਮਿਲਾ ਕੇ ਜੇ ਸ਼ੁਰੂਆਤ ਕਰਨੀ ਹੋਵੇ, ਤੁਹਾਨੂੰ ਸਭ ਤੋਂ ਅਹਿਮ ਸਵਾਲ ਕਿਹੜਾ ਲੱਗਦਾ ਕਿ ਕਿੱਥੋਂ ਤੁਰਿਆ ਜਾ ਸਕਦਾ ਹੈ, ਔਰ ਇਹਦਾ ਜਿਹੜਾ ਜੇ ਕੋਈ ਬਦਲਾਅ ਬਣਨਾ ਹੈ ਜਾਂ ਬਦਲਾਅ ਨਿਕਲਣਾ ਹੈ ਤੇ ਉਹ ਕਿਵੇਂ ਆਊਗਾ? ਇਹ ਤੁਹਾਡੇ ਕੋਲ ਕੋਈ ਰੋਡ ਮੈਪ ਇਹਦਾ ਹੈ ਜੋ ਤੁਸੀਂ ਉਹ ਲੀਕ ਕੇ ਚੱਲਦੇ ਪਏ ਹੋ? ਦੇਖੋ, 3-4 ਵੱਡੇ ਮੁੱਦੇ ਆ, ਉਹਦੇ ਲਈ ਕੋਈ ਬਹੁਤੇ ਸੈਮੀਨਾਰ ਕਰਨ ਦੀ ਨਹੀਂ ਲੋੜ। ਪਹਿਲੇ ਤਾਂ ਹੈਗਾ ਐਡਮਿਨਿਸਟ੍ਰੇਟਿਵ ਰਿਫਾਰਮ ਤੇ ਪੁਲਿਸ ਰਿਫਾਰਮ, ਕਿਉਂਕਿ ਜਦ ਦਾ ਅੱਤਵਾਦ ਆਇਆ, ਪੁਲਿਸ ਬਹੁਤ ਹਾਮੀ ਹੋਈ ਹੈ, ਬਹੁਤ ਵੱਡੀ ਪੁਲਿਸ ਫੋਰਸ ਹੈ, ਹਲੇ ਵੀ ਉਹਦਾ ਕੰਟਰੋਲ ਨਹੀਂ ਹੈ। ਫਿਰ ਵੀ ਅਸੀਂ ਦੇਖਿਆ ਗੈਂਗਸਟਰਿਜ਼ਮ ਫੈਲ ਰਿਹਾ ਹੈ। ਅੱਜ ਹੀ ਦੇਖਿਆ ਇੱਕ ਫੌਜੀ ਤੋਂ ਅਖਬਾਰ 'ਚ ਖਬਰ ਲੱਗੀ ਹੈ, 3-4 ਪਿਸਤੌਲ ਫੜ ਲਏ, ਦੇਸੀ ਪਿਸਤੌਲ ਜਿਹੜਾ ਉਹ ਵੇਚ ਰਿਹਾ, ਦੱਸੋ ਸਰਵਿੰਗ ਫੌਜੀ ਹੈ। ਫਿਰ ਉਹਦੀ ਪਲਟਨ ਨੂੰ ਦੱਸਿਆ ਕਿ ਇੱਥੇ ਪਿਸਤੌਲ ਵੇਚਦਾ ਫਿਰਦਾ। ਇਹ ਕੀ ਹਾਲਾਤ ਹੈ? ਇਹ ਲਾਅ ਐਂਡ ਆਰਡਰ ਇੱਥੇ ਕਿਉਂ ਪਹੁੰਚਿਆ ਜਦ ਇੰਨੀ ਵੱਡੀ ਪੁਲਿਸ ਫੋਰਸ ਹੈ? ਜੇ ਪੁਲਿਸ ਦੀ ਇਹਦੇ ਵਿੱਚ ਕੋਈ ਮਿਲੀ ਭਗਤੀ ਨਹੀਂ ਹੈ ਤਾਂ ਫਿਰ ਇਹ ਕਿਵੇਂ ਫੈਲ ਰਿਹਾ? ਜਦ ਫੜ ਲੈਣਗੇ 5-7 ਬੰਦੇ ਫੜ ਲੈਂਦੇ ਜੀ, ਗੈਂਗਸਟਰ ਫੜ ਲਏ, ਤੁਸੀਂ ਉਹੀ ਕੰਟਰੋਲ ਨਹੀਂ ਕਰ ਸਕੇ 5 ਸਾਲ ਚ, ਪਿਛਲੇ ਚ ਜਾਂ ਉਦੋਂ ਪਿਛਲੇ 5-10 ਸਾਲ ਚ, ਤੇ ਫਿਰ ਇਹਦਾ ਕੀ ਹੋਏਗਾ? ਸੋ ਇੱਕ ਤਾਂ ਹੈ ਐਡਮਿਨਿਸਟ੍ਰੇਟਿਵ ਰਿਫਾਰਮ, ਉਹਦੇ ਚ ਪੁਲਿਸ ਰਿਫਾਰਮ ਸਾਰੇ ਤੋਂ ਉੱਤੇ ਆਉਂਦਾ। ਦੂਜਾ ਹੈਗਾ ਕਿ ਨਵੀਂ ਕ੍ਰਾਂਤੀ, ਹਰਿਆਲੀ ਦੀ ਨਵੀਂ ਗ੍ਰੀਨ ਰੈਵੋਲੂਸ਼ਨ 2 ਉਹ ਕਿਵੇਂ ਲਿਆਉਣੀ ਹੈ? ਮੋਦੀ ਜੀ ਨਹੀਂ ਦੱਸਣਗੇ ਤੁਹਾਨੂੰ ਤਰੀਕਾ, ਉਹ ਤਾਂ ਕਾਨੂੰਨ ਬਣਾਤਾ। ਅਦਾਨੀ ਆਊਗਾ ਜੀ, ਅੰਬਾਨੀ ਆਊਗਾ, ਇੰਡਸਟਰੀਅਲਿਸਟ ਆ ਕੇ ਲਿਆਣਗੇ ਕ੍ਰਾਂਤੀ। ਇਹ ਕ੍ਰਾਂਤੀ ਤਾਂ ਸਰਕਾਰ ਨੇ ਰਸਤੇ ਖੋਲਨੇ ਹੈ, ਕੋਆਪਰੇਟਿਵ ਬਣਾਉਣੀ ਹੈ,
ਨਹੀਂ ਬਣਾਉਣੀ ਹੈ, ਕੋਆਪਰੇਟਿਵ ਨੇ ਕਿਵੇਂ ਕਿਸਾਨਾਂ ਨਾਲ ਕੰਮ ਕਰਨਾ ਹੈ, ਪ੍ਰਾਈਵੇਟ ਸੈਕਟਰ ਦਾ ਵੀ ਰੋਲ ਰਹੂਗਾ। ਲੇਕਿਨ ਹਰੇਕ ਚੀਜ਼ ਦੇ ਵਿੱਚ ਰੈਗੂਲੇਸ਼ਨ ਹੁੰਦੀ ਹੈ। ਜਦ ਤਾਈਂ ਸਰਕਾਰ ਰੈਫਰੀ ਦਾ ਕੰਮ ਨਾ ਕਰੇ, ਹੁਣ ਹਿੰਦੁਸਤਾਨ 'ਚ ਕੀ ਹੋਇਆ, ਸਾਰੀ ਦੁਨੀਆ 'ਚ ਹੋਇਆ, ਇਹ ਤਾਂ ਹੀ ਟਰੰਪ ਜਿੱਤਿਆ ਅਮਰੀਕਾ 'ਚ, ਕਿ ਜਿਹੜੀ ਮਿਡਲ ਕਲਾਸ ਹੈ ਉਹ ਕਮਜ਼ੋਰ ਹੋ ਗਈ ਹੈ, ਉਹਦੀ ਆਮਦਨ ਘਟ ਗਈ ਹੈ। ਜਿਹੜੇ ਜ਼ਿਆਦਾ ਪੈਸੇ ਬਣੇ ਨੇ, ਇਹ ਬਿਮਾਰੀ ਦੇ ਦੌਰਾਨ ਵੀ ਤੁਸੀਂ ਦੇਖਿਆ ਇੰਡੀਆ 'ਚ ਸਾਰੇ ਤੋਂ ਜ਼ਿਆਦਾ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋ ਗਏ। ਮਰਿਆ ਤਾਂ ਵਿਚਾਰਾ ਮਿਡਲ ਕਲਾਸ ਵਾਲਾ ਥੱਲੇ ਨੂੰ ਗਿਆ, ਗਰੀਬ ਬਿਲਕੁਲ ਹੀ ਰਗੜਿਆ ਗਿਆ। ਤਾਂ ਇਸ ਕਰਕੇ ਸਰਕਾਰ ਜੇ ਰੈਫਰੀ ਦਾ ਕੰਮ ਨਹੀਂ ਕਰੇਗੀ, ਲੇਕਿਨ ਸਰਕਾਰ ਦੀ ਦਖਲ ਅੰਦਾਜ਼ੀ ਇਹ ਨਹੀਂ ਹੋਣੀ ਚਾਹੀਦੀ ਕਿ ਪੈਸੇ ਕਿਵੇਂ ਬਣਾਉਣੇ ਆ ਤੇ ਕਿਵੇਂ ਉਹ ਕਰਨਾ। ਹੁਣ ਕੱਲ ਕੈਪਟਨ ਸਾਹਿਬ ਗਏ ਨੇ ਦਿੱਲੀ, ਕੈਪਟਨ ਸਾਹਿਬ ਨੇ ਉਹਨਾਂ ਨੂੰ ਜਾ ਕੇ ਸੁਣਿਆ, ਬਹੁਤ ਥੈਲੇ ਫਾਈਲਾਂ ਦੇ ਲੈ ਕੇ ਗਏ ਨਾਲ, ਕਿ ਇਹ ਜਿਹੜੇ ਬੰਦੇ ਮੇਰੇ ਅਗੇਂਸਟ ਕੰਪਲੇਂਟ ਕਰ ਰਹੇ ਇਹਨਾਂ ਦੀ ਆ ਸ਼ਿਕਾਇਤਾਂ। ਸਵਾਲ ਇਹ ਉੱਠਦਾ ਹੈ, ਜੇ ਤੁਹਾਨੂੰ ਪਤਾ ਹੈ ਤੁਹਾਡੇ ਬੰਦੇ ਇਹ ਕਰ ਰਹੇ ਨੇ, ਫਿਰ ਤੁਸੀਂ ਸਿਰਫ ਫਾਈਲ ਹੀ ਬਣਾ ਕੇ ਰੱਖੀ, ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਉਹ ਕਹਿੰਦੇ ਜੇ ਕਾਰਵਾਈ ਕਰਦੇ ਤਾਂ ਪਾਰਟੀ ਦੀ ਬਦਨਾਮੀ ਹੁੰਦੀ। ਹੁਣ ਦੇਖੋ, ਤੁਹਾਨੂੰ ਪੰਜਾਬ ਦੇ ਨੁਕਸਾਨ ਦਾ ਸੋਚ ਹੈ ਜਾਂ ਪਾਰਟੀ ਦੀ ਬਦਨਾਮੀ ਨਾ ਹੋਵੇ ਤੇ ਤਾਂ ਕਿ ਚੱਲਦੀ ਰਹੇ। ਤੁਸੀਂ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਤੁਹਾਡੇ ਕੋਲ ਐਸੀਆਂ ਫਾਈਲਾਂ ਨੇ, ਉਹਨਾਂ ਤੇ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ? ਸੋ ਇਸ ਕਰਕੇ ਐਡਮਿਨਿਸਟ੍ਰੇਟਿਵ ਰਿਫਾਰਮ, ਇਹੀ ਆਈਐਸ ਅਫਸਰ ਜਿਹੜੇ ਹੁਣ ਨੇ, ਇਹ ਚੱਲਦੇ ਹੋ ਜਾਣਗੇ, ਇਹ ਇੱਕਦਮ ਇਹਨੇ ਐਕਟਿਵ ਹੋ ਜਾਣਗੇ। ਇਹ ਪਿੱਛੇ ਹਟ ਜਾਂਦੇ ਜਾਂ ਇਹਨਾਂ ਦੀ ਕੋਈ ਗੱਲ ਨਾ ਸੁਣੇ। ਕੱਲ ਮੇਰੇ ਇੱਕ ਸੱਜਣ ਆਏ ਜਿਹੜੇ ਬਾਦਲ ਸਰਕਾਰ 'ਚ ਪੋਲੀਟੀਕਲ ਐਡਵਾਈਜ਼ਰ ਸੀਗੇ, ਸਵੇਰੇ ਮਿਲਣ ਆਏ, ਕਹਿੰਦੇ ਇੱਕ ਦਿਨ ਮੀਟਿੰਗ ਹੋ ਰਹੀ ਸੀ, ਜਿਹੜੇ ਚੀਫ ਸੈਕਟਰੀ ਹੈ ਉਹ ਬੋਲਣ ਦੀ ਕੋਸ਼ਿਸ਼ ਕਰ ਰਹੇ, ਡਿਪਟੀ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਫਿਰ ਇਹ ਕਹਿੰਦਾ, ਮੈਂ ਵਿੱਚ ਪੈ ਕੇ ਕਿਹਾ ਜੀ ਗੱਲ ਤਾਂ ਸੁਣ ਲਓ। ਅੱਛਾ, ਜਦ ਉਹ ਬੋਲੇ, ਉਹਨਾਂ ਨੇ ਕਿਹਾ ਜੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਇਹ ਕਾਨੂੰਨ ਦੇ ਵਰਖਿਲਾਫ ਹੈ, ਅਸੀਂ ਤੁਹਾਨੂੰ ਨੋਟ ਦੇ ਦਿੰਨੇ ਆ, ਤੁਸੀਂ ਕੈਬਨਿਟ 'ਚ ਪਾਸ ਕਰ ਲਓ, ਨਵਾਂ ਕਾਨੂੰਨ ਬਣਾ ਲਓ ਤਾਂ ਹੋ ਜਾਏਗਾ। ਅੱਛਾ, ਜੋ ਸੁਣਨ ਨੂੰ ਨਹੀਂ ਸੀ ਤਿਆਰ, ਉਹ ਕਦਮ ਲੈ ਲੈਂਦੇ ਤੇ ਦੂਜੇ ਦਿਨ ਬਦਨਾਮੀ ਹੁੰਦੀ। ਅੱਛਾ, ਜਿਵੇਂ ਹੁਣ ਆ ਵੈਕਸੀਨ ਤੇ ਦੇਖੋ, ਕਿਹਨੇ ਲਿਆ ਹੈ ਇਹ ਫੈਸਲਾ, ਕਿਹਨੇ ਲਿਆ ਕਿ ਸਸਤਾ ਖਰੀਦ ਕੇ ਤੁਸੀਂ ਹਸਪਤਾਲਾਂ ਨੂੰ ਵੇਚ ਦਿਓ? ਚਲੋ ਪੰਜਾਬ ਨੂੰ ਪੈਸੇ ਚਾਹੀਦੇ ਹੈ, ਲੇਕਿਨ ਤੁਸੀਂ ਜੇਬਾਂ ਦੇ ਲੋਕਾਂ ਦੀ ਜੇਬ ਕੱਟਣੀ ਹੈ। ਪ੍ਰਾਈਵੇਟ ਹਸਪਤਾਲ ਉਹ ਜਿਹੜੇ ਤੁਸੀਂ ਇੰਨੇ ਸਸਤੇ ਲਏ ਹੈ, ਲੋਕ ਇੰਤਜ਼ਾਰ ਕਰ ਰਹੇ ਆ, ਉਹਨਾਂ ਨੂੰ ਸਿੱਧੇ ਦਿਓ। ਅੱਛਾ, ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਮੰਤਰੀ ਦੇ ਬਗੈਰ ਜਾਂ ਉੱਪਰੋਂ ਕਲੀਅਰੈਂਸ ਦੇ ਬਗੈਰ, ਕੋਈ ਅਫਸਰਾਂ ਦਾ ਦਿਮਾਗ ਤਾਂ ਨਹੀਂ ਨਾ ਖਰਾਬ ਹੋਇਆ, ਉਹ ਜਾ ਕੇ ਵੇਚ ਦੇਣਗੇ? ਸੋ ਇਹ ਸਿਰਫ ਮੁੱਦੇ ਇਹ ਨੇ ਕਿ ਅਫਸਰਾਂ ਦੀ ਵੀ ਗਲਤੀ ਨਹੀਂ ਹੁੰਦੀ, ਅਫਸਰਾਂ ਨੂੰ ਵੀ ਵਰਤਨ ਦਾ ਤਰੀਕਾ ਆਉਣਾ ਚਾਹੀਦਾ, ਜਿਹੜਾ ਬੰਦਾ ਉੱਪਰ ਹੋਵੇ ਔਰ ਉਹਦਾ ਇਰਾਦਾ ਠੀਕ ਹੋਣਾ ਚਾਹੀਦਾ। ਬਾਕੀ ਜਿਹੜੀ ਡਿਟੇਲ ਦੀ ਗੱਲ ਹੈ ਕਿ ਇਹ ਕ੍ਰਾਂਤੀ ਕਿਵੇਂ ਲਿਆਣੀ ਹੈ, ਇਹ ਰਿਫਾਰਮ ਕਿਵੇਂ ਕਰਨਾ ਹੈ, ਇਹ ਪੁਲਿਸ ਨੂੰ ਕਿਵੇਂ ਕਰਨਾ ਹੈ, ਇਹ ਕਿਵੇਂ ਦੇਖਣਾ ਹੈ ਕਿ ਮਿਨੀਮਮ ਇਨਕਮ, ਇਹ ਯਸ਼ਵੰਤ ਸਿਨਹਾ ਜੀ ਕਹਿੰਦੇ ਆ, ਫਾਈਨੈਂਸ ਮਿਨਿਸਟਰ ਰਹੇ, ਕਿ ਪੂਰੇ ਇੰਡੀਆ ਦੇ ਵਿੱਚ ਇੱਕ ਮਿਨੀਮਮ ਇਨਕਮ ਹੋਣੀ ਚਾਹੀਦੀ ਹੈ। ਜਿਹੜਾ ਛੋਟਾ ਕਿਸਾਨ ਪੰਜਾਬ 'ਚ ਰਹਿ ਗਿਆ, ਤੁਸੀਂ ਇੱਕ ਮਿਨੀਮਮ ਇਨਕਮ ਸਕੀਮ ਬਣਾਓ ਤਾਂ ਕਿ ਉਹਨੂੰ ਕਮ ਸੇ ਕਮ ਉਹਨਾਂ ਤਾਂ ਮਿਲੇ, ਭਾਵੇਂ ਬਾਰਿਸ਼ ਆ ਜਾਏ, ਉਹਦਾ ਨੁਕਸਾਨ ਹੋਵੇ ਨਾ ਹੋਵੇ, ਇੰਸ਼ੋਰੈਂਸ ਨਾਲ ਕਰੋ, ਜਿਵੇਂ ਮਰਜ਼ੀ ਕਰੋ, ਇੱਕ ਮਿਨੀਮਮ ਇਨਕਮ ਸਕੀਮ ਹੋਣੀ ਚਾਹੀਦੀ ਹੈ, ਜਿਹੜਾ ਇੰਨੀ ਉਹਨੂੰ ਜ਼ਰੂਰ ਮਿਲੇਗੀ। ਉਹ ਵਿਚਾਰਾ ਇਹ ਇੰਤਜ਼ਾਰ ਨਹੀਂ ਕਰੇਗਾ ਕਿ ਮੰਡੀ 'ਚੋਂ, ਅੱਛਾ ਉਹਨਾਂ ਹੁਣ ਨਵਾਂ ਕੰਮ ਕਰ ਦਿੱਤਾ ਮੋਦੀ ਜੀ ਦੇ ਕਾਨੂੰਨ ਦੇ ਬਾਅਦ, ਜੀ ਪੈਸਾ ਜਿਹਦੇ ਨਾਂ ਹੈ ਉਹਦੇ ਘਰ ਜਾਏਗਾ, ਉਹਦੇ ਅਕਾਊਂਟ 'ਚ ਜਾਏਗਾ। ਚਲੋ ਗੱਲ ਤਾਂ ਚੰਗੀ ਹੈ, ਲੇਕਿਨ ਜਿਹੜਾ ਕਾਸ਼ਤ ਕਰ ਰਿਹਾ ਹੈ, ਉਹਨੇ ਵਿਚਾਰੇ ਨੇ ਠੇਕੇ ਤੇ ਜ਼ਮੀਨ ਲਈ ਹੋਈ ਹੈ, ਪੈਸਾ ਜਾਏਗਾ ਮਾਲਕ ਦੇ ਅਕਾਊਂਟ 'ਚ, ਫਿਰ ਉਹ ਕਿਵੇਂ ਵੰਡਣਗੇ? ਅੱਗੇ ਨੂੰ ਜਿਹੜਾ ਠੇਕੇ ਤੇ ਲਏਗਾ ਉਹ ਕਿਵੇਂ ਲੈ ਸਕਦਾ? ਸੋ ਇਹ ਹਰੇਕ ਮੁੱਦੇ ਦੇ ਵਿੱਚੋਂ ਨਵੀਂ ਮੁਸ਼ਕਲਾਤ ਨਿਕਲ ਕੇ ਆਉਂਦੀ ਹੈ। ਸਾਰੀਆਂ ਚੀਜ਼ਾਂ ਸਰਕਾਰ ਦਾ ਇੱਕ ਅਹਿਮ ਰੋਲ ਰਹੇਗਾ, ਜਿਹੜਾ ਉਹ ਇਹ ਨਹੀਂ ਕਹਿ ਸਕਦੇ ਕਿ ਹੁਣ ਕਾਨੂੰਨ ਬਣ ਗਿਆ ਜੀ, ਜੋ ਹੋਊਗਾ ਸੋ ਹੋਊਗਾ। ਸੋ ਇਸ ਕਰਕੇ ਮੁੱਦੇ ਬਹੁਤ ਨੇ, ਲੇਕਿਨ ਇਸ ਵੇਲੇ ਲੋਕਾਂ ਨੇ, ਪੰਜਾਬ ਨੇ ਇਹ ਤੈਅ ਕਰਨਾ ਹੈ ਕਿ ਇਹ ਮੁੱਦੇ ਮੋਟੇ, ਵੱਡੀ ਤਸਵੀਰ, ਵੱਡਾ ਸੁਪਨਾ ਕੀ ਹੈ, ਕਿਹੜਾ ਬੰਦਾ ਉਹਨਾਂ ਨੂੰ ਲੱਗਦਾ ਹੈ ਜਿਹੜਾ ਇੱਧਰ ਨੂੰ ਲਿਜਾ ਸਕਦਾ ਹੈ। ਦੇਖੋ, ਪੰਜਾਬ ਕੱਲਾ ਪੰਜਾਬ ਨਹੀਂ ਹੈ, ਦਿੱਲੀ ਨਾਲ ਜੁੜਿਆ ਹੋਇਆ, ਗਲਫ ਨਾਲ ਜੁੜਿਆ ਹੋਇਆ, ਅਮਰੀਕਾ ਕੈਨੇਡਾ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਇਹ ਦੁਨੀਆ ਦੀ ਇਕਨੋਮੀ ਇਸ ਵੇਲੇ ਇੰਟਰਲਿੰਕਡ ਹੈ, ਇੱਕ ਦੂਜੇ ਨਾਲ ਜੁੜੀ ਹੋਈ ਹੈ। ਸੋ ਇਸ ਕਰਕੇ ਕੱਲ ਨੂੰ ਜੇ ਤੁਸੀਂ ਨਵੇਂ ਸਬਜ਼ੀਆਂ ਤੇ ਨਵੇਂ ਫਰੂਟ ਇੱਥੇ ਬਣਾਉਂਦੇ ਹੋ, ਉਹਦੀ ਮਾਰਕੀਟ ਹਿੰਦੁਸਤਾਨ 'ਚ ਵੀ ਹੋਏਗੀ, ਬਾਹਰ ਵੀ ਹੋ ਸਕਦੀ ਹੈ ਜੀ। ਔਰ ਇੱਕ ਇਹ ਗੱਲ ਚੱਲੀ ਹੈ ਗਲਫ ਦੇ ਵਿੱਚ, UAE 'ਚ ਚੱਲੀ ਸੀ, ਪਹਿਲਾਂ ਦੁਬਈ ਨੇ ਕੋਸ਼ਿਸ਼ ਕੀਤੀ, ਫਿਰ ਆਬੂ ਧਾਬੀ ਨੇ ਲੈ ਲਈ। ਮੈਂ ਜਦ ਦਸੰਬਰ 'ਚ ਉੱਥੇ ਸੀ, ਅਬੈਸ ਸਾਹਿਬ ਨੇ ਮੈਨੂੰ ਦੱਸਿਆ ਕਿ ਇਹ ਆਬੂ ਧਾਬੀ ਵਾਲੇ ਇੰਨਾ ਪੈਸਾ ਲਗਾਉਣਾ ਚਾਹੁੰਦੇ ਹੈ ਜਿੱਥੇ ਉਹਨਾਂ ਦੀ ਫੂਡ ਸਿਕਿਉਰਿਟੀ ਹੋ ਜੇ, ਉਹਨਾਂ ਨੂੰ ਲੱਗੇ ਕਿ ਸਾਡਾ, ਕਿਉਂਕਿ ਉਹ ਤਾਂ ਆਪ ਉਗਾਉਂਦੇ ਨਹੀਂ ਸਾਰੀਆਂ ਚੀਜ਼ਾਂ, ਜਾਂ ਟਰਕੀ ਤੋਂ ਆਉਂਦੀਆਂ, ਜਾਂ ਈਜਿਪਟ ਤੋਂ ਆਉਂਦੀਆਂ, ਈਰਾਨ ਤੋਂ ਆਉਂਦੀਆਂ, ਤੇ ਹਿੰਦੁਸਤਾਨ ਤੋਂ ਕਿਉਂ ਨਹੀਂ ਜਾ ਸਕਦੀਆਂ? ਅਸੀਂ ਲੇਬਰ ਕਿਉਂ ਭੇਜੀਏ? ਅਸੀਂ ਇੱਥੇ ਮੁੰਡੇ ਇੱਥੇ ਕੰਮ ਕਰਨ, ਉਹਨਾਂ ਨੂੰ ਇੱਥੇ ਪੈਸੇ ਬਣਨ, ਅਸੀਂ ਚੀਜ਼ਾਂ ਭੇਜੀਏ ਇੱਥੋਂ। ਔਰ ਉਹਦੇ 'ਚ ਪੂਰਾ ਸਪਲਾਈ ਚੇਨ ਜਿਹੜੀ ਹੈ, ਇਸ ਕਰਕੇ ਕੋਈ ਕ੍ਰਾਂਤੀ ਨਹੀਂ ਆ ਸਕਦੀ ਜਦ ਤਾਈਂ ਤੁਸੀਂ ਇੱਕ ਵੱਡਾ ਸੁਪਨਾ, ਵੱਡੀ ਸਪਲਾਈ ਚੇਨ
ਪੰਜਾਬ ਤੋਂ ਚੱਲ ਕੇ ਹਿੰਦੁਸਤਾਨ ਚੱਲ ਕੇ ਗਲਫ ਤੋਂ ਚੱਲ ਕੇ ਹੋਰ ਕਿੱਥੇ। ਫਿਰ ਜਿਹੜੇ ਸਾਡੇ ਵੀਰ ਬੈਠੇ ਨੇ ਉਹ ਇਹ ਨਾ ਕਹਿਣ ਪੰਜਾਬ 'ਚ ਫਲਾਣੇ ਬੰਦੇ ਨੂੰ ਅਸੀਂ ਪੈਸੇ ਭੇਜਾਂਗੇ, ਫਲਾਣਾ ਬੰਦਾ ਉੱਥੇ ਬਣਨਾ ਚਾਹੀਦਾ। ਦੇਖੋ ਇਹ ਤੁਹਾਡਾ ਕੰਮ ਨਹੀਂ ਹੈ, ਤੁਹਾਡੇ ਕੋਲ ਉੱਥੋਂ ਦੇ ਪਾਸਪੋਰਟ ਹੈ, ਤੁਸੀਂ ਉੱਥੋਂ ਦੇ ਬਛਿੰਦੇ ਹੋ, ਤੁਹਾਡਾ ਦਿਲ ਪੰਜਾਬ ਲਈ ਧੜਕਦਾ, ਬੜੀ ਅੱਛੀ ਚੀਜ਼ ਹੈ। ਲੇਕਿਨ ਪੰਜਾਬ ਦੀ ਰਹਿਨਮਾਈ ਕਿਹਨੇ ਕਰਨੀ ਹੈ, ਉਹ ਪੰਜਾਬ ਤੈਅ ਕਰੇਗਾ। ਤੁਸੀਂ ਉਹਦੇ 'ਚ ਦਖਲਅੰਦਾਜ਼ੀ ਕਰੋਗੇ ਤਾਂ ਫਿਰ ਜਿਹੜੇ ਨਵੀਆਂ ਪਾਰਟੀਆਂ ਦੇ ਦੁਸ਼ਮਣ ਨੇ ਉਹ ਕਹਿਣਗੇ ਜੀ ਇਹ ਦੇਖੋ ਇਹਨਾਂ ਨੂੰ ਬਾਹਰ ਵਾਲੇ ਕਰਦੇ, ਖਾਲਿਸਤਾਨੀ ਹੈ, ਫਲਾਣੇ ਹੈ, ਧਮਕੇ ਹੈ, ਅਸੀਂ ਕਿਉਂ ਉਸ ਰਸਤੇ ਤੇ ਜਾਈਏ। ਆਮ ਆਦਮੀ ਪਾਰਟੀ ਨੂੰ ਵੀ ਉਦੋਂ ਕੰਟਰੀਬਿਊਸ਼ਨਸ ਆਈਆਂ ਬਾਹਰੋਂ ਸੀ, ਇਹ ਕੰਟਰੀਬਿਊਸ਼ਨ ਬਾਹਰੋਂ ਆਣੀਆਂ, ਉਹਨਾਂ ਦੇ ਦਿਲ ਬੜੇ ਖੁੱਲੇ ਨੇ, ਦਿਲ ਧੜਕਦੇ ਨੇ ਪੰਜਾਬ ਲਈ। ਲੇਕਿਨ ਇਸ ਚੀਜ਼ 'ਚ ਦਖਲਅੰਦਾਜ਼ੀ ਨਾ ਕਰਨ, ਨਾ ਪੈਸੇ ਭੇਜਣ, ਨਾ ਇਹ ਕਹਿਣ ਕਿਹਨੂੰ ਬਣਨਾ। ਇਹ ਪੰਜਾਬ ਤੈਅ ਕਰੇਗਾ। ਪੈਸੇ ਭੇਜਣਾ ਜਦ ਪੰਜਾਬ ਤੈਅ ਕਰ ਲੇਗਾ, ਨਵਾਂ ਬੰਦਾ ਆ ਜਾਏਗਾ, ਉਦੋਂ ਪੈਸੇ ਲਗਾਓ ਪੰਜਾਬ ਦੇ ਵਿੱਚ। ਇਸ ਲਈ ਨਹੀਂ ਕਿ ਹੈਂਕੜ ਮਾਰੀ ਅਸੀਂ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ, ਹੁਣ ਅਸੀਂ ਕੁਟਾ ਸਕਦੇ ਹਾਂ ਜਿਹਨੂੰ ਕੁਟਾਈਏ। ਇਹ ਇਰਾਦਾ ਹੈ ਜਾਂ ਇਹ ਇਰਾਦਾ ਹੈ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਕਰਨਾ। ਫਿਰ ਜੇਬਾਂ 'ਚ ਰੱਖੋ ਹਲੇ ਪੈਸੇ, ਜਦ ਪੰਜਾਬ 'ਚ ਸਾਧਨ ਬਣ ਜਾਏਗਾ, ਬੈਂਕਾਂ ਰਾਹੀਂ ਭੇਜੋ, ਆ ਕੇ ਇੱਥੇ ਇਨਵੈਸਟਮੈਂਟ ਕਰੋ, ਉਹ ਪੈਸਾ ਇਸ ਤਰੀਕੇ ਨਾਲ ਆਵੇ, ਉਹ ਪੈਸਾ ਹਵਾਲੇ ਦੇ ਰਾਹੀਂ ਲੋਕਾਂ ਦੀਆਂ ਜੇਬਾਂ 'ਚ ਨਾ ਆਵੇ ਜਾਂ ਕਿਸੇ ਇਹਦੇ 'ਚ ਨਾ ਆਵੇ ਕਿ ਜੀ ਅਸੀਂ ਫਲਾਣੇ ਬੰਦੇ ਨੂੰ ਬਣਾਉਣਾ। ਇਹ ਤਰੀਕਾ ਗਲਤ ਹੈ, ਇਹ ਤਰੀਕਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਹੁੰ ਚੱਕੀਆਂ ਜਦ ਉੱਥੋਂ ਦੇ ਬਸ਼ਿੰਦੇ ਤੇ ਉਹ ਸਿਟੀਜ਼ਨ ਬਣੇ ਨੇ ਕਿ ਅਸੀਂ ਕਿਸੇ ਬਾਹਰ ਦੇ ਹੁਕਮਰਾਨ ਨਾਲ ਕੋਈ ਲਿੰਕ ਨਹੀਂ ਰੱਖਾਂਗੇ। ਜੀ ਸਰਦਾਰ ਸਾਹਿਬ, ਬੜਾ ਵਧੀਆ ਨੁਕਤਾ ਤੁਸੀਂ ਉਠਾਇਆ, ਕਿਉਂਕਿ ਪੰਜਾਬ ਦੇ ਨਾਲ ਜੁੜੇ ਐਨਆਰਆਈਜ਼ ਹਮੇਸ਼ਾ ਪੱਬਾਂ ਭਾ ਰਹਿੰਦੇ ਆ ਇੱਥੇ ਕੁਝ ਬਦਲ ਜਾਏ ਤਾਂ ਕਿ ਉਹ ਜਦੋਂ ਵਾਪਸ ਮੁੜਨ ਤੇ ਉਹਨਾਂ ਨੂੰ ਕੋਈ ਸੇਕ ਨਾ ਲੱਗੇ ਔਰ ਇੱਥੇ ਆਸਾਨੀ ਨਾਲ ਸੁੱਖੀ ਸੰਦੀ ਜ਼ਿੰਦਗੀ ਬਤੀਤ ਕਰ ਸਕਣ। ਸਾਰਿਆਂ ਦੀ ਕੋਈ ਨਾ ਕੋਈ ਪ੍ਰਾਪਰਟੀ, ਵਿਰਾਸਤੀ ਪ੍ਰਾਪਰਟੀ ਇੱਥੇ ਪਈ ਆ, ਉਹਦੀ ਸੁਰੱਖਿਆ ਚਾਹੁੰਦੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ ਮਿਲਣ ਲੱਗਿਆ ਸਿਕਿਉਰਿਟੀ ਚਾਹੁੰਦੇ ਆ ਕਿ ਸਾਨੂੰ ਕਿਸੇ ਝੂਠੇ ਕੇਸ 'ਚ ਨਾ ਫਸਾਇਆ ਜਾਵੇ। ਔਰ ਪਿੰਡਾਂ ਦੀਆਂ ਧੜੇਬੰਦੀਆਂ 'ਚ ਕਈ ਵਾਰੀ ਕਈ ਆਏ ਬੰਦੇ ਤੇ ਕੇਸ ਪਾਤੇ ਜਾਂਦੇ, ਉਹ ਵਿਚਾਰਾ ਇੱਥੇ ਤਰੀਕਾ ਭੁਗਤਣ ਆਉਂਦਾ। ਵੱਡਾ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਨਾਲ ਇਸ ਕਾਫਲੇ ਦੇ ਵਿੱਚ ਅੱਗੇ ਵਧਣ ਲਈ ਕਿਸੇ ਦੀ ਦਿਲਚਸਪੀ ਹੋਵੇ, ਹਾਲਾਂਕਿ ਸਾਡਾ ਇੱਕ ਫੋਨ ਨੰਬਰ ਥੱਲੇ ਡਿਸਪਲੇ ਹੋ ਰਿਹਾ, ਕੋਈ ਮੈਸੇਜ ਕਰੇਗਾ ਅਸੀਂ ਤੁਹਾਨੂੰ ਭੇਜ ਦਿਆਂਗੇ। ਇੰਟੈਲੈਕਚੁਅਲਸ ਔਰ ਜਿਹੜੇ ਖਾਸ ਤੌਰ ਤੇ ਸਿਆਸੀ ਮੱਸ ਰੱਖਣ ਵਾਲੇ ਲੋਕ ਆ, ਜਿਹੜੇ ਪਿੰਡਾਂ ਤੱਕ ਦੀ ਸਿਆਸਤ ਕਰਦੇ ਆ, ਜੇਕਰ ਕਿਸੇ ਨੂੰ ਅੱਛਾ ਲੱਗ ਰਿਹਾ ਹੋਵੇ ਕਿ ਪੰਜਾਬ 'ਚ ਕੋਈ ਬਦਲਾਅ ਆਵੇ, ਵਿਜ਼ਨਰੀ ਲੋਕ ਆਉਣ, ਉਹ ਲੋਕ ਜਿਹੜੇ ਪੰਜਾਬ ਨੂੰ ਇਹਦੇ ਕਲਚਰਲ ਨਜ਼ਰੀਏ ਤੋਂ ਪੂਰੀ ਤਰ੍ਹਾਂ ਪਰਿਭਾਸ਼ਿਤ ਕਰਦੇ ਹੋਣ, ਸਮਝਦੇ ਹੋਣ, ਤੇ ਦੂਜੇ ਬੰਨੇ ਇਹਦਾ ਜਿਹੜਾ ਵਿਜ਼ਨ ਆ, ਦੁਨੀਆ ਨਾਲ ਲਿੰਕ ਹੋਇਆ ਇੱਕ ਸਿਸਟਮ ਹੈ, ਅਸੀਂ ਸਾਰੇ ਹੀ ਦੁਨੀਆ ਨਾਲ ਜੁੜੇ ਹੋਏ ਆ, ਹਰੇਕ ਪਰਿਵਾਰ ਚੋਂ ਕੋਈ ਨਾ ਕੋਈ ਦੂਰ ਬੈਠਾ ਹੈ, ਉਹ ਸਾਰੇ ਦੇ ਸਾਰੇ ਢਾਂਚੇ ਨੂੰ ਸਮਝ ਕੇ ਇਹਦੇ ਲਈ ਪਾਲਿਸੀਜ਼ ਔਰ ਫਿਰ ਉਹ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨ ਲਈ ਜੇਰਾ ਤੇ ਜਿਗਰਾ ਰੱਖਦੇ ਹੋਣ, ਐਸੇ ਲੋਕ ਅੱਗੇ ਆਉਣੇ ਚਾਹੀਦੇ ਆ। ਕਲੈਕਟਿਵ ਲੀਡਰਸ਼ਿਪ, ਸਮੂਹਿਕ ਲੀਡਰਸ਼ਿਪ, ਵਿਜ਼ਨਰੀ ਲੀਡਰਸ਼ਿਪ ਔਰ ਵਿਲ ਪਾਵਰ ਵਾਲੀ, ਜਿਨ੍ਹਾਂ ਦਾ ਲੁੱਟਣਾ ਮਕਸਦ ਨਾ ਹੋਵੇ, ਜਿਨ੍ਹਾਂ ਦਾ ਡਿਲੀਵਰ ਕਰਨਾ ਮਕਸਦ ਹੋਵੇ, ਜਿਹੜੇ 5 ਕੁ ਸਾਲ ਲਾ ਸਕਦੇ ਹੋਣ, ਜੇ ਉਹਨਾਂ ਦੀ ਇੱਛਾ ਹੋਵੇ ਤਾਂ ਤੁਰਨਾ ਬਣਦਾ ਹੈ। ਬਜਾਏ ਇਹਦੇ ਕਿ ਅਸੀਂ ਸਿਰਫ ਇੰਟੈਲੈਕਚੁਅਲਸ ਨਾਲ ਗੱਲ ਕਰੀਏ, ਬਜਾਏ ਇਹਦੇ ਕਿ ਸੈਮੀਨਾਰਸ ਦੇ ਵਿੱਚ ਹੀ ਜਾਈਏ, ਬਜਾਏ ਇਹਦੇ ਕਿ ਅਸੀਂ ਇਸੇ ਤਰੀਕੇ ਦੀ ਗੱਲਬਾਤ ਅੱਗੇ ਵਧਾਈਏ ਜਿਸ ਤਰ੍ਹਾਂ ਦੀ ਅਸੀਂ ਹਰ ਰੋਜ਼ ਵਧਾਉਂਦੇ ਆ ਟੀਵੀ ਡਿਬੇਟਸ ਦੇ ਵਿੱਚ। ਹੁਣ ਮੌਕਾ ਆ ਗਿਆ ਕਿ ਇਸ 6 ਮਹੀਨੇ 'ਚ ਤੁਰਿਆ ਜਾਵੇ। ਸੋ ਸਰਦਾਰ ਸਾਹਿਬ, ਤੁਰਨ ਵਾਲੇ ਲੋਕ ਜਿਹੜੇ ਮਨ 'ਚ ਇੱਕ ਛੋਟਾ ਜਿਹਾ ਸੁਪਨਾ ਪਾਲਦੇ ਆ ਕਿ ਕੁਝ ਹੋ ਸਕਦਾ ਤੇ ਅਸੀਂ ਕੰਟਰੀਬਿਊਟ ਕਰੀਏ, ਉਹ ਕਿਸ ਤਰ੍ਹਾਂ ਕਰ ਸਕਦੇ ਆ ਨਾਲ ਜੁੜ ਕੇ? ਤੁਸੀਂ ਜਰਾ ਕੋਈ ਹਾਕ ਦੇਣੀ ਆ ਤਾਂ ਕੋਈ ਆਵਾਜ਼ ਮਾਰਨੀ ਤਾਂ ਮਾਰ ਸਕਦੇ ਹੋ। ਦੇਖੋ, ਅਗਲਾ ਕਦਮ ਇਹ ਹੈਗਾ, ਪਹਿਲਾਂ ਤਾਂ ਤੁਹਾਡੇ ਰਾਹੀਂ ਬਹੁਤ ਜਵਾਬ ਆਏ ਨੇ, ਮੈਂ ਸੋਚਿਆ ਇੱਕ ਛੋਟਾ ਜਿਹਾ ਇੱਥੇ ਦਫ਼ਤਰ ਚੰਡੀਗੜ੍ਹ ਸੈਟਅਪ ਕਰਾਂਗੇ, ਫਿਰ ਉਹ ਤਾਂ ਕਿ ਜਿਹੜਾ ਕੋਈ ਆਪਣਾ ਸੁਝਾਅ ਦੇਣਾ ਚਾਹਵੇ, ਇਹ ਦੱਸੇ ਕਿ ਤੁਸੀਂ ਆਹ ਗੱਲ ਠੀਕ ਕਹੀ ਹੈ, ਗਲਤ ਕਹੀ ਹੈ। ਕਈ ਗੱਲ, ਕੋਈ ਬੰਦਾ ਇੰਨਾ ਸਿਆਣਾ ਨਹੀਂ ਹੁੰਦਾ ਉਹਨੂੰ ਸਾਰਾ ਕੁਝ ਆਉਂਦਾ ਹੋਵੇ। ਇਨਫੈਕਟ ਜਿਹੜਾ ਬੰਦਾ ਸਮਝੇ ਉਹ ਬਹੁਤ, ਉਹਨੂੰ ਸਭ ਕੁਝ ਆਉਂਦਾ, ਉਹ ਸਾਰਿਆਂ ਤੋਂ ਕਮਲਾ ਹੁੰਦਾ। ਵੱਡੇ ਤੋਂ ਵੱਡਾ ਹੁਸ਼ਿਆਰ ਤੇ ਵਿਦਵਾਨ ਬੰਦਾ ਹਮੇਸ਼ਾ ਕਹੇਗਾ ਸਿੱਖਣ ਦੀ ਹਲੇ ਵੀ ਗੁੰਜਾਇਸ਼ ਹੈ, ਜਦ ਤੱਕ ਤੁਸੀਂ ਮਰਦੇ ਨਹੀਂ ਤੁਸੀਂ ਸਿੱਖਦੇ ਰਹੋਗੇ, ਤੁਹਾਡਾ ਜਿਹੜਾ ਤਜਰਬਾ ਵੱਧਦਾ ਰਹੇਗਾ। ਗਿਆਨੀ ਨੂੰ ਮੈਨੂੰ ਯਾਦ, ਮੈਂ ਬਾਰ-ਬਾਰ ਉਹਨਾਂ ਦੀ ਗੱਲ ਕਰਦਾ, ਉਹਨਾਂ ਨੇ ਕਿਹਾ, ਕਹਿੰਦੇ ਮੈਂ ਅੱਜ ਵੀ ਉਨਾ ਹੀ ਹੁਸ਼ਿਆਰ ਹਾਂ ਜਿੰਨਾ 18 ਸਾਲ ਤੇ ਸੀ, ਬਾਕੀ ਸਭ ਤਜਰਬਾ ਹੈ। ਉਹਨਾਂ ਦਾ ਮਤਲਬ ਸੀ ਕਿ ਹੁਸ਼ਿਆਰੀ ਤੇ ਦਿਮਾਗ ਨੂੰ ਕਿਵੇਂ ਇਸਤੇਮਾਲ ਕਰਨਾ, ਇਹ ਹਮੇਸ਼ਾ ਤੁਸੀਂ ਸਿੱਖਦੇ ਰਹਿੰਦੇ ਹੋ। ਹਮੇਸ਼ਾ ਸਵੇਰੇ ਉੱਠ ਕੇ ਕੋਈ ਨਵੀਂ ਗੱਲ ਸਿੱਖੋਗੇ ਜਿਹੜੀ ਤੁਹਾਨੂੰ ਉਦੋਂ ਨਾ ਸਮਝ, ਹੁਣ ਤਾਈਂ ਨਾ ਤੁਹਾਡੇ ਤਜਰਬੇ 'ਚ ਹੋਵੇ। ਤੋ ਇਸ ਕਰਕੇ ਲੋਕਾਂ ਦੀ ਆਵਾਜ਼, ਪੰਜਾਬ ਦੀ ਆਵਾਜ਼, ਰਸਤਾ ਬਣਾਵਾਂਗੇ ਸਾਡੇ ਅੰਦਰ ਤਾਈਂ ਪਹੁੰਚੇ, ਅਸੀਂ ਉਹਨਾਂ ਤੇ ਪਹੁੰਚਾ ਸਕੇ, ਤੁਹਾਡੇ ਰਾਹੀਂ, ਹੋਰ ਰਾਹੀਂ। ਔਰ ਅਗਲੇ 1-2 ਮਹੀਨਿਆਂ ਜੇ ਲੱਗਦਾ ਕਿ ਲੋਕ ਇਹ ਸਮਝ ਰਹੇ ਨੇ ਕਿ ਇਹ ਰਸਤਾ ਠੀਕ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ, ਫਿਰ ਉਹਨੂੰ ਕਿਵੇਂ ਵਧਾਉਣਾ ਹੈ, ਉਸ ਵੇਲੇ ਆਵਾਜ਼ ਦੇਣੀ ਚਾਹੀਦੀ ਹੈ। ਲੇਕਿਨ ਜੇ ਕਿ ਅਸੀਂ ਪਾਰਟੀ ਪਹਿਲਾਂ ਬਣਾ ਲਈਏ,
ਮੈਂ ਕਹਿੰਦਾ ਜੀ ਉਹ ਤਾਂ ਪੁਰਾਣੇ ਟਾਈਮ 'ਚ ਕਹਿੰਦੇ ਹੁੰਦੇ ਸੀ ਫਲਾਣੇ ਦੀ ਟਾਂਗਾ ਪਾਰਟੀ ਹੈ, ਇੱਕ ਟਾਂਗਾ ਚਲਾ ਰਿਹਾ, 4 ਸਵਾਰੀਆਂ ਬੈਠੀਆਂ। ਉਹਦੇ ਨਾਲ ਕ੍ਰਾਂਤੀ ਨਹੀਂ ਆਉਂਦੀ, ਉਹਦੇ ਨਾਲ ਤਬਦੀਲੀ ਨਹੀਂ ਆਏਗੀ। ਲੋਕ ਜਦ ਤਾਈਂ ਤੁਹਾਡੇ ਨਾਲ ਨਹੀਂ ਜੁੜਦੇ, ਆ ਜਿਹੜੀ ਗੱਲ ਹੈ ਉਹਨਾਂ ਨਾਲ ਕਰ ਰਹੇ ਹਾਂ ਆਪਾਂ। ਔਰ ਇਹ ਚੀਜ਼ਾਂ 5 ਸਾਲ ਪਹਿਲਾਂ ਨਹੀਂ ਸੀ। ਹੁਣ ਦੇਖੋ ਪ੍ਰਸ਼ਾਂਤ ਕਿਸ਼ੋਰ ਦੀ ਕੱਲ ਮੀਟਿੰਗ ਹੋਈ ਹੈ ਕੈਪਟਨ ਸਾਹਿਬ ਨਾਲ, ਉਹ ਬਾਹਰੋਂ ਆ ਕੇ ਨਬਜ਼ ਲਏਗਾ ਪੰਜਾਬ ਦੇ ਲੋਕਾਂ ਦੀ, ਘਰ ਘਰ ਇੰਨੇ ਪੈਸੇ ਖਰਚ ਕਰਕੇ ਬੰਦੇ ਭੇਜੇਗਾ, ਪੁੱਛੇਗਾ ਤੁਹਾਨੂੰ ਕੀ ਚੰਗਾ ਲੱਗਿਆ, ਕੀ ਮਾੜਾ ਕੀਤਾ, ਫਿਰ ਇਹ ਨਵੇਂ ਵਾਅਦੇ ਕਰਨਗੇ ਉਹਨੂੰ ਪੁੱਛ ਕੇ। ਇਹ ਪ੍ਰਸ਼ਾਂਤ ਕਿਸ਼ੋਰ ਕਿਉਂ ਆ ਕੇ ਇੱਥੇ ਡਿਸਾਈਡ ਕਰੇ? ਅਸੀਂ ਸਿੱਧੀ ਗੱਲ ਕਰਾਂਗੇ ਲੋਕਾਂ ਨਾਲ, ਲੋਕ ਸਾਨੂੰ ਦੱਸਣ। ਪ੍ਰਸ਼ਾਂਤ ਕਿਸ਼ੋਰ ਦੀਆਂ ਗੱਲਾਂ ਸੁਣ ਕੇ ਜੇ ਤੁਸੀਂ ਇਲੈਕਸ਼ਨ ਜਿੱਤਣੀ ਹੈ, ਉਹ ਐਡਵਾਈਜ਼ਰ ਹੈ ਸੀਐਮ ਸਾਹਿਬ ਦਾ। ਮੈਂ ਇੱਕ ਮੋਟਾ ਸਵਾਲ ਪੁੱਛਦਾ, ਉਹਦੀ ਜਿਹੜੀ ਸੈਲਰੀ ਹੈ, ਉਹਨੂੰ ਜਿਹੜੀ ਤਨਖਾਹ ਦਿੱਤੀ ਜਾ ਰਹੀ ਹੈ, ਸੀਐਮ ਸਾਹਿਬ ਦੀ ਪਰਸਨਲ ਅਕਾਊਂਟ 'ਚੋਂ ਜਾ ਰਹੀ ਹੈ, ਕਾਂਗਰਸ ਦੇ ਅਕਾਊਂਟ 'ਚੋਂ ਜਾ ਰਹੀ ਹੈ, ਜਾਂ ਪੰਜਾਬ ਦੇ ਅਕਾਊਂਟ 'ਚੋਂ ਜਾ ਰਹੀ ਹੈ? ਪੰਜਾਬ ਕਿਉਂ ਪੈਸੇ ਦੇਵੇ? ਜਿਹੜਾ ਬੰਦਾ ਸਲਾਹ ਦੇ ਰਿਹਾ ਇਲੈਕਸ਼ਨ ਲੜਨ ਦੀ, ਉਹ ਪੰਜਾਬ ਨੂੰ ਚਲਾਉਣ ਦੀ ਤਾਂ ਨਹੀਂ ਨਾ ਸਲਾਹ ਦੇ ਰਿਹਾ। ਫਿਰ ਆਪਣੇ ਅਕਾਊਂਟ 'ਚੋਂ ਦਿਓ ਉਹਨੂੰ ਪੈਸੇ, ਜਾਂ ਕਾਂਗਰਸ ਵਾਲੇ ਦੇਣ ਪੈਸੇ। ਨਹੀਂ ਆਪਣਾ ਐਡਵਾਈਜ਼ਰ ਲਾ ਕੇ ਕੈਬਨਿਟ ਰੈਂਕ ਦੇ ਕੇ ਤੁਸੀਂ ਉਹਨੂੰ ਗੱਡੀਆਂ ਦੇ ਦਿਓ, ਘੁੰਮਦਾ ਰਹੇ। ਨਹੀਂ ਜੀ ਮੈਂ ਪੈਸੇ ਤਾਂ ਲੈ ਨਹੀਂ ਰਿਹਾ, ਸਿਰਫ ਉਹਨੇ ਬਾਜੀ ਹੋਈ ਖੇਲਣੀ ਆ ਆਪਣੀ ਰੈਪੂਟੇਸ਼ਨ ਬਣਾਉਣ ਲਈ। ਇਹ ਤਾਂ ਕੋਈ ਗੱਲ ਨਹੀਂ ਹੋਈ। ਸੋ ਇਸ ਕਰਕੇ ਪੰਜਾਬ ਨੇ ਦਿਖਾਣਾ ਹੈ ਕਿ ਬਾਹਰੋਂ ਆ ਕੇ ਐਕਸਪਰਟ ਜਿਹੜੇ, ਭਾਵੇਂ ਵੈਸਟ ਬੰਗਾਲ ਜਿੱਤ ਕੇ ਆਏ ਹੋਣ, ਭਾਵੇਂ ਪਿਛਲੀ ਵਾਰ ਜਿਤਾਤਾ ਹੋਵੇ, ਭਾਵੇਂ ਉਹ ਹੈਂਕੜ ਮਾਰਦੇ ਹੋਣ, ਅੱਜ ਤੱਕ ਨੂੰ ਹਰਾਇਆ ਸੀ ਪੰਜਾਬ 'ਚ। ਇਹ ਅੱਜ ਤੱਕ ਨਹੀਂ ਹੈ, ਅਸੀਂ ਕੱਲ ਤੱਕ ਦੀ ਗੱਲ ਕਰ ਰਹੇ ਹਾਂ। ਹੁਣ ਕੱਲ ਤੱਕ ਕੀ ਹੋਣਾ ਹੈ ਇਹ ਤੁਸੀਂ ਤੈਅ ਕਰਨਾ ਜੀ। ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ, ਕਿਉਂਕਿ ਹੁਣ ਅਸੀਂ ਇਸ ਦੌਰ 'ਚ ਦਾਖਲ ਹੋ ਰਹੇ ਹਾਂ ਜਿਹਦੇ ਵਿੱਚ ਫੈਸਲਾ ਕੁੰਨ ਲੜਾਈ ਹੈ, ਔਰ ਫੈਸਲੇ ਲੈਣੇ ਪੈਣਗੇ, ਵੱਡੇ ਫੈਸਲੇ ਲੈਣੇ ਪੈਣਗੇ। ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ।